फिर जिवें जियो का सिम है उन्होंने भी यही कहा सी पहला डाटा फ्री, फिर जो आ गए सारे फिर कहते आओ इन्ने पैसे। पहला कदे 4 ट्रैक्टर ते मियाँ बीवी देखे नहीं सीगे, सो हुण आए ने ट्रैक्टरां ते आए ने। लोकतंत्र च लोक वड्डे हुंदे ने, लोक जदों चाहण बंदा अर्श ते, लोक जदों चाहण बंदा फर्श ते। हैलीकाप्टरां वाले 4 ट्रैक्टर ते बैठे देखे गए ਤਾਂ ਮੈਨੂੰ ਲੋਕਾਂ ਦੀ ਸ਼ਕਤੀ ਦਾ ਜਿਹੜਾ ਉਹ ਅਹਿਸਾਸ ਹੋਇਆ, ਸੁਖਦ ਅਹਿਸਾਸ ਹੋਇਆ। ਆਹੀ ਪਹਿਲਾਂ ਜਿਹੜੀ ਹੈ ਵੱਧ ਕੀਮਤ ਦੇਣ ਵਾਲੀ ਗੱਲ ਤੇ ਜੀਓ ਦੇ ਸਿਮ ਵਾਲੀ ਗੱਲ ਸੁਖਬੀਰ ਬਾਦਲ ਨੇ ਪਾਰਲੀਮੈਂਟ 'ਚ ਬੋਲੀ। ਇਹ ਜਿਹੜਾ 9 ਮਾਸ ਦਾ ਰਿਸ਼ਤਾ ਕਹਿੰਦੇ ਨੇ, ਇਹ ਜਿਹੜਾ 9 ਹੈ ਜਾਂ ਮਾਸ ਨਾਲ ਲੱਗ ਹੋਇਆ, ਇਹ ਕਿਸਾਨ ਜਥੇਬੰਦੀਆਂ ਤੇ ਆਮ ਲੋਕਾਂ ਦੇ ਪਲਾਸ ਨੇ ਖਿੱਚਿਆ ਨਾ। ਇਹ ਇਹ ਲੱਗ ਹੋਣ ਵਾਲਾ ਨਹੀਂ ਸੀਗਾ। ਪੰਜਾਬ ਇਸ ਵਕਤ ਕਿਸਾਨ ਵਿਰੋਧੀ ਬਿੱਲਾਂ ਦੀ ਜਿਹੜੀ ਅੱਗ ਹੈ ਉਹਦੇ ਵਿੱਚ ਜਲ ਰਿਹਾ ਹੈ। ਜਗ੍ਹਾ ਜਗ੍ਹਾ ਧਰਨੇ, ਪ੍ਰਦਰਸ਼ਨ, ਹੜਤਾਲਾਂ, ਰੇਲਾਂ ਜਾਮ, ਹੋਰ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਹਰ ਰੋਜ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਜਾਰੀ ਹੋ ਰਹੇ ਨੇ। ਔਰ ਇਸੇ ਦਰਮਿਆਨ ਜੋ 31 ਜਥੇਬੰਦੀਆਂ ਨੇ ਜੋ 25 ਤਰੀਕ ਨੂੰ ਬੰਦ ਦਾ ਸੱਦਾ ਦਿੱਤਾ ਸੀ, ਜੋ ਕਿ ਪੰਜਾਬ ਬੰਦ ਤੋਂ ਭਾਰਤ ਬੰਦ ਤੱਕ ਤਬਦੀਲ ਹੋ ਗਿਆ ਤੇ ਉਹ ਕਾਮਯਾਬ ਰਿਹਾ। ਆਮ ਆਦਮੀ ਪਾਰਟੀ ਨੇ ਉਹਨਾਂ ਦੀ ਸਪੋਰਟ ਕੀਤੀ। मैं खुद भवानीगढ़ जाके उन्होंने धरने के बह के आया और मैं खुद उत्थे कह के भी आया मीडिया कि जिथे मैनू बोलने वास्ते लोगों ने भेजा सी पार्लीमेंट उत्थे मैं डट के इन्हां बिलों का विरोध करके आया। सो हुण लोग बोलन लग गए, बड़ी अच्छी गल है। लोगों को अपने हकों का पता लग गया कि किवें मंगी दे। सो बहुत सारा यूथ भी जिहड़ा उन्हां धरनिਆਂ 'च आया, जो कि एक चंगे संकेत ने। अकाली दल ने ਅਸਤੀਫਾ ਦੇਣ ਤੋਂ ਬਾਅਦ ਵਜ਼ਾਰਤ ਚੋਂ ਹਰਸਿਮਰਤ ਕੌਰ ਦਾ, ਉਸ ਤੋਂ ਬਾਅਦ 25 ਤਰੀਕ ਨੂੰ ਹੀ ਚੱਕਾ ਜਾਮ ਰੱਖਿਆ। ਮਤਲਬ ਕਿਤੇ ਨਾ ਕਿਤੇ ਜਿਹੜੇ ਜਥੇਬੰਦੀਆਂ ਦਾ ਜਾਂ ਆਪ ਮੁਹਾਰੇ ਕਹੀਏ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਉਹਨੂੰ ਕਿਤੇ ਨਾ ਕਿਤੇ ਡੀਰੇਲ ਕਰਨ ਦਾ ਜਾਂ ਉਹਨੂੰ ਉਸ ਸੰਘਰਸ਼ ਨੂੰ ਠੰਡਾ ਪਾਉਣ ਦਾ, ਜਦੋਂ ਆਲਰੇਡੀ ਪ੍ਰੋਗਰਾਮ ਦਿੱਤਾ ਹੋਇਆ ਜਥੇਬੰਦੀਆਂ ਨੇ, ਤਾਂ ਫਿਰ ਤੁਸੀਂ ਉਸ ਦਿਨ ਚੱਕਾ ਜਾਮ, ਨਾਲੇ ਤਾਂ ਉਹਨਾਂ ਦਾ ਪੰਜਾਬ ਬੰਦ, ਉਧਰੋਂ ਚੱਕਾ ਜਾਮ। ਤੇ ਸ਼ਾਇਦ ਅਕਾਲੀ ਦਲ ਨੂੰ ਚੱਕਾ ਜਾਮ ਦੇ ਮਤਲਬ ਨਹੀਂ ਪਤਾ। ਚੱਕਾ ਜਾਮ ਵਾਲੇ ਦਿਨ ਟਰੈਕਟਰ ਮਾਰਚ ਕੱਢਦਾ ਉੱਥੋਂ ਲੰਬੀ ਤੋਂ। ਤੇ ਮੈਂ ਪਹਿਲਾਂ ਵੀ ਕਹਿੰਦਾ ਰਿਹਾ, ਹੁਣ ਇਹ ਗੱਲ ਸੱਚੀ ਸਾਬਤ ਹੋ ਗਈ। ਆਪਣੇ ਭਾਸ਼ਣਾਂ 'ਚ ਵੀ ਕਹਿੰਦਾ ਰਿਹਾ ਕਿ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ। ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ, ਲੋਕ ਜਦੋਂ ਚਾਹਣ ਬੰਦਾ ਫਰਸ਼ ਤੇ। ਹੈਲੀਕਾਪਟਰਾਂ ਵਾਲੇ 4 ਟਰੈਕਟਰ ਤੇ ਬੈਠੇ ਦੇਖੇ ਗਏ ਤਾਂ ਮੈਨੂੰ ਲੋਕਾਂ ਦੀ ਸ਼ਕਤੀ ਦਾ ਜਿਹੜਾ ਉਹ ਅਹਿਸਾਸ ਹੋਇਆ, ਸੁਖਦ ਅਹਿਸਾਸ ਹੋਇਆ ਕਿ ਲਾਲੇ ਥੱਲੇ ਪਹਿਲਾਂ ਕਦੇ 4 ਟਰੈਕਟਰ ਤੇ ਮਿयाँ बीवी ਦੇਖੇ ਨਹੀਂ ਸੀਗੇ, ਸੋ ਹੁਣ ਆਏ ਨੇ ਟਰੈਕਟਰਾਂ ਤੇ ਆਏ ਨੇ। ਤੇ ਉੱਥੇ ਇਹ ਕਹਿਣਾ ਕਿਤੇ ਨਾ ਕਿਤੇ ਇੱਕ ਅੰਗਰੇਜ਼ੀ ਦੇ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਧਰਨੇ ਲੱਗ ਰਹੇ ਨੇ ਉਹ ਸਾਰੇ ਅਕਾਲੀ ਦਲ ਦੇ ਨੇ। ਉਹ ਕਹਿੰਦੇ ਜੀ ਅਸੀਂ ਹੁਣ ਹੀ ਪੁੱਛ ਕੇ ਆਏ ਹਾਂ ਇੱਕ ਧਰਨੇ ਤੇ, ਉਹ ਤਾਂ ਕਹਿੰਦੇ ਸੀ ਕਿਸਾਨ ਯੂਨੀਅਨ ਹੈ, ਇਹ ਤਾਂ ਕਿਸਾਨਾਂ ਦੀਆਂ ਜਥੇਬੰਦੀਆਂ ਦੇ, ਇਹ ਤਾਂ ਕੋਈ ਕਿਸੇ ਸਿਆਸੀ ਪਾਰਟੀ ਨਾਲ ਲੈਣ ਦੇਣਾ ਨਹੀਂ ਕਹਿੰਦਾ। ਉਹ ਕਹਿੰਦੇ ਸਾਡੇ ਹੁੰਦੇ ਨੇ ਸਾਰੇ ਇਹ ਬਸ। ਸੋ ਕਿਤੇ ਨਾ ਕਿਤੇ ਉਹਨਾਂ ਦੇ ਧਰਨਿਆਂ ਨੂੰ, ਉਹਨਾਂ ਦੇ ਜਿਹੜੇ ਸੱਚੇ ਸੰਘਰਸ਼ ਨੂੰ ਵੀ ਸਾਬੋਟਾਜ ਕਰਨ ਦੀ ਅਕਾਲੀ ਦਲ ਦੀ ਕੋਝੀ ਚਾਲ ਹੈ। ਤੇ ਕੱਲ੍ਹ ਰਾਤ ਕਿਉਂਕਿ ਪ੍ਰੈਸ਼ਰ ਬਹੁਤ ਜ਼ਿਆਦਾ ਲੋਕਾਂ ਦਾ ਵਧਿਆ ਹੋਇਆ ਸੀ, ਤਾਂ NDA ਨਾਲੋਂ ਨਾਤਾ ਤੋੜਨ ਦਾ ਵੀ ਐਲਾਨ ਕੀਤਾ ਗਿਆ। ਇੱਕ ਹੋਰ ਡਰਾਮਾ, ਮਤਲਬ ਉਹ ਪੰਜਾਬੀ ਦੀ ਕਹਾਵਤ ਹੈ, ਵੇਲੇ ਦੇ ਕੰਮ ਕਵੇਲੇ ਦੀਆਂ ਟੱਕਰਾਂ। ਹੁਣ ਇਹ ਟੱਕਰਾਂ ਮਾਰ ਰਹੇ ਨੇ ਲੋਕ, ਇਹਨਾਂ 'ਤੇ ਯਕੀਨ ਨਹੀਂ ਕਰ ਰਹੇ ਕਿਉਂਕਿ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਇਸ ਤਰ੍ਹਾਂ ਦੇ ਕਈ ਜਿਹੜੇ ਕੁਰਬਾਨੀਆਂ ਕਹਿ ਕੇ ਜਾਂ ਅਸੀਂ ਬਸ ਠੋਕਰ ਮਾਰਤੀ, ਅਸੀਂ ਲੱਤ ਮਾਰਤੀ ਉਹਦਿਆਂ ਨੂੰ, ਇੱਦਾਂ ਕਹਿ ਕੇ ਪਹਿਲਾਂ ਵੀ ਕਈ ਵਾਰ ਲੋਕਾਂ ਨੂੰ ਮੂਰਖ ਬਣਾਇਆ। ਲੋਕ ਹੁਣ ਇਹਨਾਂ 'ਤੇ ਯਕੀਨ ਨਹੀਂ ਕਰ ਰਹੇ। ਤੇ ਇਹ ਜਿਹੜਾ ਕਹਿੰਦੇ ਇਹ ਤੋੜ ਵਿਛੋੜਾ, ਮੈਂ ਕੱਲ रात भी मैं ट्वीट भी किया कि अब पछताए क्या हुए।
जब मोदी चुग गया खेत, हुण जिहड़े खेत ने वो चिड़ियां ने नहीं चुगे, हुण मोदी ने चुगे ने। जे हुण बीजेपी भी, कल मैं उन्होंने एक जिहड़ा लीडर है ਉਹਦੀ मैं किसी नैशनल चैनल ਤੇ इंटरव्यू देख रहा सी, अनुराग ठाकुर, ਉਹਨੂੰ ਪੁੱਛਿਆ ਗਿਆ ਕਿ ਅਕਾਲੀ ਦਲ ਕਹਿੰਦਾ ਵੀ ਅਸੀਂ ਤਾਂ ਕੈਬਨਿਟ ਦੇ ਵਿੱਚ ਵੀ ਹਰਸਿਮਰਤ ਕੌਰ ਨੇ ਵਿਰੋਧ ਕੀਤਾ ਸੀ, ਤਾਂ ਉਹਨੇ ਕਿਹਾ ਕਿ ਜੇ ਕੈਬਨਿਟ ਦੇ ਵਿੱਚ ਵਿਰੋਧ ਕੀਤਾ ਸੀਗਾ ਉਸ ਵੇਲੇ ਤਾਂ ਫਿਰ ਇਸ ਬਿੱਲ ਦੇ ਪਾਰਲੀਮੈਂਟ 'ਚ ਆਉਣ ਤੱਕ ਦਾ ਇੰਤਜ਼ਾਰ ਕਿਉਂ ਕੀਤਾ ਗਿਆ ਵੀ। ਫਿਰ ਉਹ ਕਹਿੰਦੇ ਸਾਰਾ ਟੱਬਰ ਲੱਗਿਆ ਰਿਹਾ ਸਮਝਾਉਣ ਕਿ ਇਹ ਤਾਂ ਬਿੱਲ ਬਹੁਤ ਵਧੀਆ ਨੇ। ਵੱਡੇ ਬਾਦਲ ਸਾਹਿਬ ਤੋਂ ਵੀ ਵੀਡੀਓ ਪਵਾਈ 10 ਦਿਨ ਪਹਿਲਾਂ, 1 ਜਾਂ 2 ਸਤੰਬਰ ਨੂੰ, ਪਾਰਲੀਮੈਂਟ ਤੋਂ 10 ਦਿਨ ਪਹਿਲਾਂ। ਸੋ ਜਿਹੜੀ ਉਹਨਾਂ ਦੀ ਵੀ ਰਹਿੰਦੀ ਖੁੰਦੀ ਥੋੜ੍ਹੀ ਬਹੁਤ ਕ੍ਰੈਡੀਬਿਲਿਟੀ ਸੀ ਉਹ ਵੀ ਖਤਮ ਕਰਾਤੀ। ਪ੍ਰਕਾਸ਼ ਸਿੰਘ ਬਾਦਲ ਇਹ ਕਹਿੰਦੇ ਰਹੇ, ਅਕਸਰ ਕਹਿੰਦੇ ਸੀ ਕਿ ਮੇਰੇ ਜਿਉਂਦੇ ਜੀ ਅਕਾਲੀ ਦਲ ਤੇ ਬੀਜੇਪੀ ਦਾ ਜਿਹੜਾ 9 ਮਾਸ ਦਾ ਰਿਸ਼ਤਾ ਹੈ ਇਹ ਟੁੱਟ ਨਹੀਂ ਸਕਦਾ। ਸੁਖਬੀਰ ਬਾਦਲ ਜੀ ਹੁਣੇ ਦੱਸ ਦੇਣ ਕਿ ਪ੍ਰਕਾਸ਼ ਸਿੰਘ ਬਾਦਲ ਦਾ ਕਿਉਂ ਬੁਢਾਪਾ ਰੋਲਿਆ। ਉਹਨਾਂ ਨੇ ਇਹਨਾਂ ਤੋਂ ਪ੍ਰੈਸ਼ਰ ਨਾਲ ਐਨਡੀਏ ਤੋਂ ਖਹਿੜਾ ਛੁਡਵਾਇਆ, ਕਿਉਂਕਿ ਜਿੰਨੀ ਖੁਸ਼ੀ ਬੀਜੇਪੀ ਨੇ ਮਨਾਈ ਹੈ ਇਹਨਾਂ ਦੇ ਵੱਖ ਹੋਣ ਦੀ, ਉੱਥੋਂ ਹੀ ਪਤਾ ਲੱਗ ਜਾਂਦਾ ਕਿ ਕਿੰਨੇ ਕੁ ਇਹ ਉਹਨਾਂ ਦੇ ਚਹੇਤੇ ਸੀ। ਦਿੱਲੀ ਪਹਿਲਾਂ ਇਹਨਾਂ ਨੂੰ ਜਵਾਬ ਦਿੱਤਾ ਕੋਈ ਵੀ ਸੀਟ ਦੇਣ ਤੋਂ, ਪਰ ਫਿਰ ਵੀ ਜਿਵੇਂ ਜਵਾਕ ਭੱਜ ਕੇ ਟਰਾਲੀ ਚੜ੍ਹਦੇ ਆ, ਮਤਲਬ ਭੱਜੀ ਹੋਈ ਟਰਾਲੀ 'ਚ ਫਿਰ ਚੜ੍ਹ ਕੇ ਕਹਿੰਦੇ ਕੋਈ ਨਹੀਂ ਅਸੀਂ ਤੁਹਾਡੇ ਨਾਲ ਹੀ ਹਾਂ। ਅਤੇ ਹੁਣ ਵੀ ਹਰਸਿਮਰਤ ਨੇ ਅਸਤੀਫਾ ਦਿੱਤਾ, ਰਾਤ ਨੂੰ 11:30 ਵਜੇ ਰਾਸ਼ਟਰਪਤੀ ਜੀ ਨੂੰ ਜਗਾ ਕੇ ਸਾਈਨ ਕਰਾਏ, ਕਿਤੇ ਸਵੇਰ ਨੂੰ ਮੁੱਕਰ ਨਾ ਜਾਣ, ਹੁਣੇ ਮਨਜ਼ੂਰ ਕਰੋ। ਅਤੇ ਅਗਲੇ ਦਿਨ ਹੀ ਉਹ ਜਿਹੜਾ ਇਹਨਾਂ ਦਾ ਜਿਹੜਾ ਮਿਰਚ ਮਸਾਲਿਆਂ ਵਾਲਾ ਦਾ ਜਿਹੜਾ ਮਹਿਕਮਾ ਸੀਗਾ ਫੂਡ ਪ੍ਰੋਸੈਸਿੰਗ ਦਾ, ਉਹ ਅਗਲੇ ਦਿਨ ਹੀ ਨਰਿੰਦਰ ਸਿੰਘ ਤੋਮਰ ਨੂੰ ਦੇਤਾ। ਇੰਨੇ ਜ਼ਿਆਦਾ ਕਾਲੇ ਸੀ ਉਹ ਵੀ, ਸ਼ੁਕਰ ਹੈ ਖਹਿੜਾ ਛੁੱਟਿਆ। ਅਤੇ ਪੰਜਾਬ ਦੇ ਵਿੱਚ ਵੀ ਬੀਜੇਪੀ ਨੇ ਖੁਸ਼ੀ ਮਨਾਈ ਹੈ। ਸੋ ਲੋਕਾਂ ਤੋਂ ਤਾਂ ਇਹਨਾਂ ਦਾ ਖਹਿੜਾ ਪਹਿਲੇ ਹੀ ਛੁੱਟ ਚੁੱਕਿਆ ਸੀ, ਲੋਕ ਤਾਂ ਪਹਿਲੇ ਇਹਨਾਂ ਨੂੰ ਤਲਾਂਜਲੀ ਦੇ ਗਏ ਸੀ, ਹੁਣ ਬੀਜੇਪੀ ਵੱਲੋਂ ਵੀ ਅਲੱਗ ਹੋ ਗਏ। ਅਤੇ ਹੁਣ ਇਹਦਾ ਕੋਈ ਮੈਨੇ ਨਹੀਂ, ਜਦੋਂ ਬਿੱਲ ਇਸ ਲੈਵਲ ਤੇ ਇੱਕ ਲੈ ਗਏ। ਹੁਣ ਮੈਂ 24 ਜੂਨ ਨੂੰ ਆਲ ਪਾਰਟੀ ਮੀਟਿੰਗ ਹੋਈ ਸੀ, ਜਿਹਦੇ ਵਿੱਚ ਸੁਖਬੀਰ ਬਾਦਲ 5 ਜਾਣੇ ਸੀਗੇ, ਇਹ ਚੀਮਾ ਸਾਹਿਬ, ਚੰਦੂ ਮਾਜਰਾ, ਭੂੰਦੜ ਸਾਹਿਬ ਅਤੇ ਸੁਖਬੀਰ ਬਾਦਲ। ਮੈਂ ਆਮ ਆਦਮੀ ਪਾਰਟੀ ਵੱਲੋਂ ਸੀ, ਬੀਜੇਪੀ ਵੱਲੋਂ ਵੀ ਸੀ ਉਹਨਾਂ ਦੇ ਜਿਹੜੇ ਸ਼ਵੇਤ ਮਲਿਕ ਜੀ, ਅਤੇ ਕਾਮਰੇਡ ਪਾਰਟੀਆਂ ਵੀ ਸੀ, ਸਾਰੇ ਸੀ। ਤਾਂ ਮੈਂ 24 ਜੂਨ ਦਾ ਤੁਹਾਨੂੰ ਸੁਣਾ ਵੀ ਸਕਦਾ, ਮੇਰੇ ਕੋਲ ਪਿਆ ਉਹ, ਤੁਸੀਂ ਸੁਣਿਆ ਵੀ ਹੋਣਾ ਸ਼ਾਇਦ। ਮੈਂ 24 ਜੂਨ ਨੂੰ ਇਹ ਕਿਹਾ ਸੀਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਜੀ 2 ਮੰਡੀਆਂ ਲੱਗਣਗੀਆਂ। ਇੱਕ ਮੰਡੀ ਹੈ ਜਿੱਥੇ 8.5% ਟੈਕਸ ਹੈ, ਪੰਜਾਬ ਸਰਕਾਰ ਦੀ ਨੋਟੀਫਾਈਡ ਮੰਡੀ, ਜਿਹਦੇ 'ਚ 2.5% ਆੜਤ ਹੈ, 4% ਜਿਹੜਾ ਮੰਡੀ ਫੀਸ ਹੈ, ਅਤੇ ਹੋਰ ਪਾ ਕੇ 8.5% ਬਣਦਾ, ਜਿਹੜਾ ਕਿ ਬਾਇਰ ਦਿੰਦਾ ਹੈ, ਖਰੀਦਦਾਰ 'ਤੇ ਲੱਗਦਾ ਟੈਕਸ। ਇੱਕ ਮੰਡੀ ਉਹ ਲੱਗੂਗੀ ਜਿੱਥੇ ਕੋਈ ਟੈਕਸ ਨਹੀਂ ਹੈਗਾ ਬਾਇਰ 'ਤੇ, ਅਤੇ ਹੌਲੀ ਹੋ ਸਕਦਾ ਉਹ ਪਹਿਲਾਂ 100 ਰੁਪਈਆ, 125 ਰੁਪਈਆ ਕੁਇੰਟਲ MSP ਤੋਂ ਜ਼ਿਆਦਾ ਦੇ ਦੇਣ। ਅਤੇ ਜਦੋਂ 100-125 ਰੁਪਈਆ ਜ਼ਿਆਦਾ ਦੇਣਗੇ, ਕਿਉਂਕਿ ਉਹਨਾਂ ਦੇ ਟੈਕਸ ਹੀ ਹੈ ਨਹੀਂ, ਤਾਂ ਫਿਰ ਜਿਹੜਾ ਛੋਟਾ ਆੜਤੀ ਹੈ ਉਹ ਹੌਲੀ ਹੌਲੀ ਉਹ ਕੰਪੀਟੀਸ਼ਨ 'ਚੋਂ ਬਾਹਰ ਹੋ ਜਾਊਗਾ, ਅਤੇ ਉਸ ਤੋਂ ਬਾਅਦ ਫਿਰ ਉਹ ਆਪਦੇ ਗਜਾਨਾ ਮਿਲਣਗੇ। ਇਹ ਮੇਰੀ 24 ਜੂਨ ਨੂੰ ਆਲ ਪਾਰਟੀ ਮੀਟਿੰਗ ਦੇ ਵਿੱਚ ਮੇਰਾ ਸਟੇਟਮੈਂਟ ਹੈ। ਅਤੇ ਮੈਂ ਕਿਹਾ ਜੀ ਫਿਰ ਜਿਵੇਂ ਜੀਓ ਦਾ ਸਿਮ ਹੈ, ਉਹਨਾਂ ਨੇ ਵੀ ਇਹੀ ਕਿਹਾ ਸੀ ਪਹਿਲਾਂ ਡਾਟਾ ਫਰੀ, ਫਿਰ ਜਦੋਂ ਆ ਗਏ ਸਾਰੇ ਫਿਰ ਕਹਿੰਦੇ ਆਓ ਇੰਨੇ ਪੈਸੇ। ਆਹੀ ਪਹਿਲਾਂ ਜਿਹੜੀ ਹੈ ਵੱਧ ਕੀਮਤ ਦੇਣ ਵਾਲੀ ਗੱਲ ਅਤੇ ਜੀਓ ਦੇ ਸਿਮ ਵਾਲੀ ਗੱਲ ਸੁਖਬੀਰ ਬਾਦਲ ਨੇ ਪਾਰਲੀਮੈਂਟ 'ਚ ਬੋਲੀ। ਹੁਣ ਮੈਂ ਜੂਨ 'ਚ ਕਹੀ ਜਾਂਦਾ ਸੀ ਮੈਂ ਉਹ ਨਾ, ਉਦੋਂ ਨਹੀਂ ਮੰਨੇ। ਅਤੇ ਹੁਣ ਫਿਰ ਕਹਿੰਦੇ ਵੀ ਤਾਂ ਪਹਿਲਾਂ ਕੀਮਤ ਜ਼ਿਆਦਾ ਦੇਣਗੇ, ਅਤੇ ਜੀਓ ਦੇ ਸਿਮ ਦੀ ਐਗਜ਼ਾਮਪਲ ਪਾਰਲੀਮੈਂਟ 'ਚ ਸੁਖਬੀਰ ਬਾਦਲ ਨੇ ਦਿੱਤੀ। ਸੋ ਇੱਥੋਂ ਇਹ ਪਤਾ ਲੱਗਦਾ ਕਿ ਇਹ ਲੋਕਾਂ ਦੇ ਪ੍ਰੈਸ਼ਰ ਨਾਲ ਹੋਇਆ ਕੰਮ, ਇਹ ਊਂ ਨਹੀਂ ਕਰਨ ਵਾਲੇ ਸੀ। ਇਹ ਜਿਹੜਾ 9 ਮਾਸ ਦਾ ਰਿਸ਼ਤਾ ਕਹਿੰਦੇ ਨਾ, ਇਹ ਜਿਹੜਾ 9 ਹੈ ਜਾਂ ਮਾਸ ਨਾਲ ਲੱਗ ਹੋਇਆ, ਇਹ ਕਿਸਾਨ ਜਥੇਬੰਦੀਆਂ ਅਤੇ ਆਮ ਲੋਕਾਂ ਦੇ ਪਲਾਸ ਨੇ ਖਿੱਚਿਆ 9। ਇਹ ਊਂ 9 ਇਹ ਅਲੱਗ ਹੋਣ ਵਾਲਾ ਨਹੀਂ ਸੀਗਾ, ਇਹ ਲੋਕਾਂ ਦੇ ਪ੍ਰੈਸ਼ਰ ਦਾ ਪਲਾਸ ਹੈ। ਸੋ ਇੱਕ ਤਾਂ ਇਹ ਗੱਲ। ਨੰਬਰ 2 'ਤੇ ਹਰ ਵਾਰ ਉਹ ਹਰੇਕ ਕਾਨੂੰਨ ਦਾ ਉਹ ਸਪੋਰਟ ਕਰਦੇ ਰਹੇ ਨੇ ਅਕਾਲੀ ਦਲ ਵਾਲੇ। GST ਸਾਰਾ ਮੁਲਕ ਵਿਰੋਧ ਕਰਦਾ ਸੀ, ਇਹ ਕਹਿੰਦੇ ਜੀ ਬਹੁਤ, ਇਹ ਤਾਂ ਕਮਾਲ ਦਾ ਫੈਸਲਾ ਲੈ ਲਿਆ ਮੋਦੀ ਜੀ। ਨੋਟਬੰਦੀ
ਸਾਰੇ ਲੋਕ ਜਦੋਂ ਲਾਈਨਾਂ 'ਚ ਲੱਗੇ ਖੜੇ ਸੀ ਤਾਂ ਅਕਾਲੀ ਦਲ ਕਹਿੰਦਾ ਸੀ ਜੀ ਬਹੁਤ ਵਧੀਆ ਫੈਸਲਾ ਲੈ ਲਿਆ ਜੀ ਮੋਦੀ ਜੀ ਨੇ। ਜ਼ਮੀਨ ਅਕਵਾਇਰ ਕਰਨ ਦਾ ਬਿੱਲ ਜਿਹੜਾ ਪਿਛਲੀ ਵਾਰ ਆਇਆ ਸੀਗਾ, ਉਸ ਵੇਲੇ ਵੋਟਿੰਗ ਹੋਈ ਸੀ, ਡਿਵੀਜ਼ਨ ਕਹਿੰਦੇ ਜਿਹਨੂੰ ਅਸਲ 'ਚ ਵੋਟਿੰਗ ਉਹਨੂੰ ਕਹਿੰਦੇ ਆ। ਉਸ ਵੇਲੇ ਵੀ ਅਸੀਂ ਕਹੇ 4 ਸੀਗੇ ਉਦੋਂ, ਚੰਦੂ ਮਾਜਰਾ, ਘੁਬਾਇਆ, ਬ੍ਰਹਮਪੁਰਾ ਤੇ ਹਰਸਿਮਰਤ ਕੌਰ। ਜਦੋਂ ਵੋਟਿੰਗ ਹੋਣ ਲੱਗੀ, ਕਿਉਂਕਿ ਵੋਟਿੰਗ ਵਾਸਤੇ ਗੈਲਰੀ ਵਗੈਰਾ ਖਾਲੀ ਕਰਾਉਣੀ ਪੈਂਦੀ, ਅੱਧਾ ਪੌਣਾ ਘੰਟਾ ਲੱਗ ਜਾਂਦਾ, ਤਾਂ ਉਦੋਂ ਅਸੀਂ ਕਿਹਾ ਸੀਗਾ, ਮੈਂ ਉਦੋਂ ਕਿਹਾ ਸੀਗਾ ਕਿ ਚੰਦੂ ਮਾਜਰਾ ਜੀ ਲੱਖਾਂ ਕਿਸਾਨਾਂ ਨੇ ਤੁਹਾਡੇ ਹੱਕ 'ਚ ਵੋਟਾਂ ਪਾਈਆਂ, ਅੱਜ ਤੁਹਾਡੀਆਂ 4 ਮੰਗਦੇ ਆ, ਉਹ ਅੱਜ ਤਾਂ 4 ਹੱਕ 'ਚ ਪਾ ਦਿਓ ਉਹਨਾਂ ਦੇ। ਉਦੋਂ ਵੀ ਇਹਨਾਂ ਨੇ ਜ਼ਮੀਨ ਅਕਵਾਇਰ ਦਾ ਬਿੱਲ ਜਿਹੜਾ ਬਾਅਦ ਦੇ ਵਿੱਚ ਰੋਕ ਦਿੱਤਾ ਗਿਆ ਵਿਰੋਧੀ ਪਾਰਟੀਆਂ ਦੇ ਪ੍ਰੈਸ਼ਰ ਕਰਕੇ, ਉਦੋਂ ਵੀ ਮਤਲਬ ਜ਼ਮੀਨ ਅਕਵਾਇਰ ਦਾ ਜਿਹੜਾ ਬਿੱਲ ਸੀਗਾ ਉਹਦੇ ਹੱਕ 'ਚ ਵੋਟ ਪਾਈ ਸੀ। ਸੋ ਅਚਾਨਕ ਇਹ ਪਤਾ ਨਹੀਂ ਕਿਵੇਂ ਕ੍ਰਾਂਤੀਕਾਰੀ ਹੋ ਗਏ, ਪਰ ਕੋਈ ਗੱਲ ਨਹੀਂ, ਜੋ ਇਹਨਾਂ ਦਾ ਉਹ ਤਾਂ ਲੋਕ ਇਹ 'ਤੇ ਯਕੀਨ ਨਹੀਂ ਕਰਦੇ। ਹੁਣ ਤਾਂ ਲੌਟ ਕੇ ਬੁੱਧੂ ਘਰ ਕੋ ਆਏ, ਉਹ ਵਾਲੀ ਗੱਲ ਹੋਈ ਹੈ। ਨੰਬਰ 2 'ਤੇ ਹੁਣ ਆ ਜਾਈਏ, ਜਿਹੜੀ ਕਾਂਗਰਸ ਕਰ ਰਹੀ ਹੈ ਕਿ ਅਸੀਂ ਵਿਰੋਧ ਕਰਾਂਗੇ। ਕੈਪਟਨ ਸਾਹਿਬ ਕਹਿੰਦੇ ਮੈਂ ਲੀਡ ਕਰਨ ਨੂੰ ਤਿਆਰ ਹਾਂ, ਆਓ ਦਿੱਲੀ ਚੱਲੀਏ। ਕੈਪਟਨ ਸਾਹਿਬ ਥੋੜ੍ਹਾ ਲੇਟ ਨਹੀਂ ਹੋ ਗਏ ਤੁਸੀਂ? 24 ਜੂਨ ਵਾਲੀ ਜਿਹੜੀ ਆਲ ਪਾਰਟੀ ਮੀਟਿੰਗ ਸੀ, ਉਹਦੇ ਵਿੱਚ ਵੀ ਇਹ ਮਤਾ ਸੀ, ਇੱਕ ਜਿਹੜਾ ਮਤਾ ਪਾਸ ਹੋਇਆ ਸੀ ਉੱਥੇ ਆਲ ਪਾਰਟੀ ਮੀਟਿੰਗ 'ਚ, ਉਹਦੇ ਵਿੱਚ ਇਹ ਕਲੌਜ਼ ਸੀ ਕਿ ਆਲ ਪਾਰਟੀ ਵਫਦ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਨੂੰ ਜਾ ਕੇ ਮਿਲੂਗਾ ਅਤੇ ਦੱਸੂਗਾ ਕਿ ਕਿਵੇਂ ਇਹ ਬਿੱਲ ਜਿਹੜਾ ਹੈ, ਜਿਹੜੇ ਆਰਡੀਨੈਂਸ ਨੇ ਇਹ ਕਿਸਾਨ ਵਿਰੋਧੀ ਨੇ। 24 ਜੂਨ ਨੂੰ ਹੋਈ ਸੀ, ਜੁਲਾਈ, ਅਗਸਤ, 14 ਸਤੰਬਰ ਨੂੰ ਪਾਰਲੀਮੈਂਟ ਸ਼ੁਰੂ ਹੋਈ ਹੈ, ਅਤੇ 2.5 ਮਹੀਨੇ ਉਹਨਾਂ ਨੇ ਕਦੇ ਵੀ ਐਫਰਟ ਨਹੀਂ ਕੀਤੀ ਕਿ ਸਾਨੂੰ ਕਿਤੇ ਇਕੱਠੇ ਹੋ ਕੇ ਆਪਾਂ ਚੱਲੀਏ ਦਿੱਲੀ। ਕਿ ਪ੍ਰਧਾਨ ਮੰਤਰੀ ਜਿਹੜੇ ਆ ਉਹ ਇੱਕ ਸਟੇਟ ਦੇ ਮੁੱਖ ਮੰਤਰੀ ਨੂੰ ਟਾਈਮ ਨਹੀਂ ਦਿੰਦੇ, ਦੇ ਸਕਦੇ ਸੀ, ਪਰ ਨਹੀਂ ਕੀਤਾ। ਫਿਰ ਉਦੋਂ ਪਿੱਛੇ ਚਲੇ ਜਾਂਦੇ ਹਾਂ, ਇੰਡੀਆ ਦੇ ਸਾਰੇ ਸੈਕਟਰੀ ਐਗਰੀਕਲਚਰ ਦੀ ਨੀਤੀ ਆਯੋਗ ਨੇ ਇੱਕ ਮੀਟਿੰਗ ਲਈ ਸਤੰਬਰ 'ਚ। ਉਦੋਂ ਸਾਡੇ ਜਿਹੜੇ ਖੇਤੀ ਦੇ ਸਕੱਤਰ ਸੀਗੇ ਕਾਹਨ ਸਿੰਘ ਪੰਨੂ ਜਦੋਂ ਦਿੱਲੀ ਗਏ, ਸਾਰਾ ਬਿੱਲ ਜਦੋਂ ਇਹ ਖਰੜੇ ਰੱਖੇ ਤਾਂ ਉਹਨਾਂ ਨੇ ਆ ਕੇ ਮੁੱਖ ਮੰਤਰੀ ਸਾਹਿਬ ਨੂੰ ਰਿਪੋਰਟ ਦਿੱਤੀ ਕਿ ਬਿੱਲ ਬਹੁਤ ਖਤਰਨਾਕ ਨੇ, ਪੰਜਾਬ ਦੇ ਕਿਸਾਨ ਦਾ ਲੱਕ ਤੋੜ ਦੇਣਗੇ। ਨਾਟ ਓਨਲੀ ਕਿਸਾਨ, ਇਹ ਸਾਰਾ ਢਾਂਚਾ ਹੀ ਜਿਹੜਾ ਮੰਡੀਕਰਨ ਦਾ ਜੇ ਉਹ ਸਭ ਫੇਲ ਹੋ ਜਾਊਗਾ। ਸੋ ਇਹ ਬਿੱਲ ਬਹੁਤ ਖਤਰਨਾਕ ਨੇ। ਆਹ ਰਿਪੋਰਟ ਹੈ ਜੀ। ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ, 24 ਮਾਰਚ ਨੂੰ ਲੋਕਡਾਊਨ ਲਾਗੂ ਹੋਇਆ। 7.5 ਮਹੀਨੇ ਕੈਪਟਨ ਸਾਹਿਬ ਨੇ ਦੱਬੀ ਰੱਖੀ ਰਿਪੋਰਟ, ਕੋਈ ਐਕਸ਼ਨ ਨਹੀਂ ਲਿਆ, ਅਤੇ ਨਾ ਹੀ ਸਾਨੂੰ ਦੱਸਿਆ ਕਿਸੇ ਆਲ ਪਾਰਟੀ ਮੀਟਿੰਗ 'ਚ ਜਾਂ ਕਿਤੇ ਦੱਸ ਦਿੰਦੇ ਕਿਸੇ ਪਬਲਿਕ ਪਲੇਟਫਾਰਮ 'ਤੇ ਕਿ ਇੱਦਾਂ ਕਰਕੇ ਆ ਮੇਰੇ ਕੋਲ ਜਿਹੜੀ ਰਿਪੋਰਟ ਆਈ ਹੈ ਕਾਹਨ ਸਿੰਘ ਪੰਨੂ ਦੀ। ਨਹੀਂ ਦੱਸਿਆ, ਉਹ ਵੀ ਬਰਾਬਰ ਦੇ ਦੋਸ਼ੀ ਨੇ ਨਾਲ। ਫਿਰ ਕੀ ਹੈ, ਹੁਣ ਕਹਿ ਰਹੇ ਨੇ ਜੀ ਕਿ 2 ਮੀਟਿੰਗਾਂ ਜਿਹੜੀਆਂ ਹੋਈਆਂ ਸੀ, ਮਨਪ੍ਰੀਤ ਬਾਦਲ ਨੇ ਇੱਕ ਮੀਟਿੰਗ ਅਟੈਂਡ ਕੀਤੀ ਸੀ ਅਤੇ ਇੱਕ ਕੀਤੀ ਸੀ ਕੈਪਟਨ ਸਾਹਿਬ ਨੇ। ਅਤੇ ਮਨਪ੍ਰੀਤ ਬਾਦਲ ਵਾਲੀ ਮੀਟਿੰਗ ਨੂੰ ਤਾਂ ਕੈਪਟਨ ਸਾਹਿਬ ਨੇ ਕਹਿਤਾ ਜੀ ਮੈਨੂੰ ਤਾਂ ਉਹ ਪੁੱਛ ਕੇ ਵੀ ਨਹੀਂ ਗਿਆ ਸੀ, ਨਾ ਹੀ ਮੈਨੂੰ ਆ ਕੇ ਦੱਸਿਆ। ਮਤਲਬ ਕਿਹੋ ਜਿਹੀ ਗੱਲ ਹੈ, ਕਿੰਨੀ ਲਾਪਰਵਾਹ ਸਰਕਾਰ ਹੈ ਕਿ ਇੱਕ ਸਟੇਟ ਦੇ ਮੁਖੀ ਨੂੰ ਉਹਦਾ ਜਿਹੜਾ ਮਿਨਿਸਟਰ ਨਾ ਪੁੱਛ ਕੇ ਜਾਂਦਾ, ਨਾ ਆ ਕੇ ਦੱਸਦਾ, ਅਤੇ ਉਹਦੇ ਮਿਨਟਸ ਜਾਰੀ ਕਰ ਦੇਣ ਕਾਂਗਰਸ ਵਾਲੇ ਕਿ ਕਿੱਥੇ ਵਿਰੋਧ ਕੀਤਾ ਸੀ। ਅੱਜ ਸੁਖਬੀਰ ਕਹਿ ਰਿਹਾ ਕਿ ਜਿਸ ਵੇਲੇ ਬਿੱਲ ਆਇਆ ਸੀਗਾ ਇਹ ਕੈਬਨਿਟ 'ਚ ਆਰਡੀਨੈਂਸ, ਤਾਂ ਹਰਸਿਮਰਤ ਕੌਰ ਨੇ ਵਿਰੋਧ ਕੀਤਾ ਸੀ, ਉਹਦੇ ਮਿੰਟ ਜਾਰੀ ਕਰ ਦੇਣ ਕਿ ਕਿੱਥੇ ਕੀਤਾ ਸੀ, ਕੀ ਲਿਖਿਆ ਸੀ, ਸਾਰਾ ਰਿਕਾਰਡ 'ਤੇ ਜਾਂਦਾ ਹੁੰਦਾ। ਨਹੀਂ ਹੈਗਾ ਜੀ ਕੁਛ। ਹੁਣ ਸਿਰਫ ਅਤੇ ਸਿਰਫ ਇਹ ਲੋਕਾਂ ਦੇ ਸੰਘਰਸ਼ ਨੂੰ ਠੰਡਾ ਪਾਉਣ ਵਾਸਤੇ, ਇੱਧਰ ਉੱਧਰ ਧਿਆਨ ਭੜਕਾਉਣ ਵਾਸਤੇ ਕਰ ਰਹੇ। ਆ ਜਾਓ ਹੁਣ ਗੱਲ ਇਹਦਾ ਹੱਲ। ਚਲੋ ਇਹ ਤਾਂ ਜਿਹੇ ਜਿਹੇ ਹੈਗੇ ਨੇ, ਲੋਕਾਂ ਨੂੰ ਸਭ ਪਤਾ। ਗ੍ਰਾਮ ਸਭਾ ਦਾ ਜਿਹੜਾ ਮੇਰਾ ਕੰਸੈਪਟ, ਉਸ ਦਿਨ ਆਪਾਂ ਪ੍ਰੈਸ ਕਾਨਫਰੰਸ ਵੀ ਕੀਤੀ ਸੀ, ਉਹਦੇ ਵਾਸਤੇ ਮੇਰੇ ਕੋਲ ਸੈਂਕੜੀ ਕਾਲਾਂ ਆਈਆਂ ਨੇ, ਅਤੇ ਲੋਕਾਂ ਨੂੰ ਅਸੀਂ ਦੱਸਿਆ ਕਿ ਪੰਚਾਇਤੀ ਰਾਜ ਐਕਟ ਜਿਹੜਾ 1994 ਦੇ ਅਧੀਨ ਗ੍ਰਾਮ ਸਭਾ ਬੁਲਾਓ। ਗ੍ਰਾਮ ਸਭਾ ਦੇ ਵਿੱਚ ਆਪਣੇ ਪਿੰਡ ਸੰਬੰਧੀ ਫੈਸਲੇ ਲੈਣ ਦਾ ਲੋਕਾਂ ਨੂੰ ਅਧਿਕਾਰ ਹੈ, ਅਤੇ ਬੁਲਾਈਆਂ ਜਾ ਰਹੀਆਂ ਨੇ। 30 ਤਰੀਕ ਨੂੰ 10 ਵਜੇ ਘਰਾਚੋਂ ਗ੍ਰਾਮ ਸਭਾ ਹੋਊਗੀ, 8:30 ਵਜੇ ਸ਼ਾਹੜ ਪਿੰਡ ਦੀ ਗ੍ਰਾਮ ਸਭਾ ਹੋਊਗੀ, ਛਾਜਲੀ ਦੀ ਔਰ ਜੈਮਲ ਸਿੰਘ ਵਾਲੇ ਦੀ ਔਰ ਚੀਮਿਆਂ ਦੀ, ਹੋਰ ਬਹੁਤ ਸਾਰੇ ਪਿੰਡਾਂ ਨੇ ਗ੍ਰਾਮ ਸਭਾ ਦੇ ਮਤੇ ਜਿਹੜੇ ਨੇ ਉਹ ਪਾ ਕੇ। ਔਰ ਮੈਂ ਇੱਕ ਵਾਰੀ ਫੇਰ ਤੁਹਾਡੇ ਰਾਹੀਂ ਕਲੀਅਰ ਕਰਨੀ ਚਾਹੁੰਦਾ, ਬਹੁਤ ਸਾਰੇ ਸਰਪੰਚ ਮੇਰੇ ਕੋਲ ਆਪਦੇ ਲੈਟਰ ਪੈਡ 'ਤੇ ਮਤਾ ਪਾ ਕੇ ਭੇਜ ਰਹੇ ਨੇ। ਲੈਟਰ ਪੈਡ 'ਤੇ ਜਿਹੜਾ ਮਤਾ ਪਾਇਆ ਹੋਇਆ ਉਹਦੀ ਕੋਈ ਮਾਨਤਾ ਨਹੀਂ, ਉਹਨੂੰ ਤਾਂ BDO ਵੀ ਰੱਦ ਕਰ ਸਕਦਾ। ਉਹ ਪੰਚਾਇਤ ਦਾ ਮਤਾ ਹੈ। ਗ੍ਰਾਮ ਸਭਾ ਦਾ ਮਤਾ ਜਿਹੜਾ ਉਹ ਪੰਚਾਇਤ ਦੇ ਕਾਰਵਾਈ ਰਜਿਸਟਰ 'ਚ ਜਦੋਂ ਹੋਊਗਾ, ਜਦੋਂ ਲਿਖਿਆ ਜਾਊਗਾ, ਤਾਂ ਉਹ ਜਿਹੜਾ ਬਹੁਤ ਵੱਡਾ ਇੱਕ ਕਾਨੂੰਨੀ ਦਸਤਾਵੇਜ਼ ਬਣੂਗਾ,
ਜਦੋਂ ਸੁਪਰੀਮ ਕੋਰਟ ਦੇ ਵਿੱਚ ਕੋਈ ਵੀ ਜਾਊਗਾ, ਚਾਹੇ ਕਿਸਾਨ ਜਥੇਬੰਦੀ ਜਾਂਦੀ ਹੈ, ਚਾਹੇ ਕੋਈ ਵੀ ਧੜਾ ਜਾਂਦਾ ਹੈ, ਤਾਂ ਉੱਥੇ ਉਹ ਕਹਿਣਗੇ ਜੀ ਲੋਕ ਵਿਰੋਧੀ ਕਾਨੂੰਨ ਹੈ, ਇਹਨੂੰ ਰੱਦ ਕਰਨ ਦਾ ਜਿਹੜਾ ਹੁਕਮ ਦਿੱਤਾ ਜਾਵੇ। ਤਾਂ ਸੁਪਰੀਮ ਕੋਰਟ ਪੁੱਛੂਗੀ ਜੀ ਕੀ ਤੁਹਾਡੇ ਕੋਲ ਸਬੂਤ ਹੈ ਲੋਕ ਵਿਰੋਧੀ ਹੈ, ਤਾਂ ਇਹ ਜਿਹੜੇ ਗ੍ਰਾਮ ਸਭਾ ਦੇ ਸਰਬਸੰਮਤੀ ਨਾਲ ਪਾਸ ਹੋਏ ਇਹਨਾਂ ਬਿੱਲਾਂ ਦੇ ਵਿਰੁੱਧ ਮਤੇ ਨੇ, ਉਹ ਬਹੁਤ ਵੱਡਾ ਕਿ ਦਸਤਾਵੇਜ਼ ਬਣਨਗੇ। ਔਰ ਲੋਕ ਬਹੁਤ ਘੱਟ ਜਾਣਕਾਰੀ ਸੀ, ਅਸੀਂ ਉਹਨਾਂ ਨੂੰ ਦੱਸ ਵੀ ਰਹੇ ਹਾਂ। ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਗ੍ਰਾਮ ਸਭਾ ਬੁਲਾ ਕੇ ਇਹਦਾ ਆਪਾਂ ਹੱਲ ਕਰ ਸਕਦੇ ਹਾਂ। ਜਾਂ ਫਿਰ ਇੱਕ ਹੋਰ ਜਿਹੜਾ ਸੁਖਬੀਰ ਬਾਦਲ ਹੁਣ ਕਹਿ ਰਿਹਾ ਕਿ ਜੀ ਸਾਰੇ ਪੰਜਾਬ ਨੂੰ ਨੋਟੀਫਾਈਡ ਮੰਡੀ ਐਲਾਨ ਦਿੱਤਾ ਜਾਵੇ। ਸੁਖਬੀਰ ਬਾਦਲ ਜੀ, ਤੁਸੀਂ ਕਿਉਂ ਨਹੀਂ ਐਲਾਨਿਆ? ਜਿਹੜਾ ਮੋਗੇ ਦੇ ਕੋਲੇ ਡਗਰੂ ਦਾ ਫਾਟਕ ਲੰਘ ਕੇ ਜਿਹੜਾ ਖੱਬੇ ਪਾਸੇ ਅੰਡਾਨੀਆਂ ਦਾ ਜਿਹੜਾ ਸਾਈਲੋ ਹੈ, ਉਹ ਕਦੋਂ ਬਣਿਆ ਸੀ? ਜਦੋਂ ਇਹਨਾਂ ਦੀ ਸਰਕਾਰ ਸੀ, ਅਕਾਲੀ ਦਲ ਤੇ ਬੀਜੇਪੀ ਦੀ। ਸੋ ਉਹਨਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ, ਬੜੀ ਲੰਬੀ ਪਲੈਨਿੰਗ ਨਾਲ ਚੱਲੇ ਨੇ ਉਹ ਕਿ ਆਹ ਕਾਨੂੰਨ ਅਸੀਂ ਪਾਸ ਕਰਾਉਣਾ। ਸੋ ਇਹ ਵੀ ਨਾਲ ਫਿਰ ਇਹਨਾਂ ਨੇ ਇਜਾਜ਼ਤ ਕਿਉਂ ਦਿੱਤੀ ਉਦੋਂ? ਸੋ ਇਹਨਾਂ ਦਾ ਕੋਈ ਪਲਾਨ ਨਹੀਂ, ਇਹ ਯੂ ਟਰਨ ਨਹੀਂ ਹੈਗਾ, ਇਹ ਤਾਂ ਓ ਟਰਨ 'ਚ ਫਸ ਕੇ ਐਂ ਫਿਰੀ ਜਾਂਦੇ ਆ, ਬਸ ਇੱਦਾਂ ਹੀ ਘੁੰਮੀ ਜਾਂਦੇ ਆ। ਉਹੀ ਇਹਨਾਂ ਦੇ ਲੀਡਰ ਨੇ ਜਿਹੜੇ ਸਿਫਤਾਂ ਕਰਦੇ ਸੀ, ਉਹੀ ਹੁਣ ਕਹਿੰਦੇ ਜੀ ਅਸੀਂ ਪਤਾ ਨਹੀਂ ਆਹ ਕਰਤਾ ਉਹ ਕਰਤਾ। ਸੋ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਤੁਹਾਡੇ ਜ਼ਰੀਏ ਕਿ ਜਿੱਥੋਂ ਤੱਕ ਹੋ ਸਕਿਆ ਆਮ ਆਦਮੀ ਪਾਰਟੀ ਜਿਹੜੀ ਹੈ ਇਸ ਬਿੱਲ ਦਾ ਰੋਕਣ ਦਾ ਕੋਈ ਵੀ ਕਾਨੂੰਨੀ ਜ਼ਰੀਆ ਮਿਲਦਾ ਹੋਇਆ, ਕਿਸੇ ਦਾ ਸੁਝਾਅ ਵੀ ਹੋਵੇ, ਅਸੀਂ ਉਹਨੂੰ ਵੀ ਵੈਲਕਮ ਕਰਾਂਗੇ। ਅਤੇ ਕੈਪਟਨ ਸਾਹਿਬ, ਫੇਰ ਕਹਿਣਾ ਮੈਂ ਕਿ ਜਦੋਂ ਤੁਸੀਂ ਲੀਡ ਕਰਨਾ ਚਾਹੀਦਾ ਸੀ, ਅਸੀਂ ਤੁਹਾਨੂੰ ਕਿਹਾ ਸੀ ਤੁਸੀਂ ਚੱਲੋ, ਅਸੀਂ ਨਾਲ ਚੱਲਾਂਗੇ, ਉਦੋਂ ਤੁਸੀਂ ਕੀਤੀ ਨਹੀਂ। ਹੁਣ ਤਾਂ ਧੱਕੇ ਨਾਲ, ਤਾਨਾਸ਼ਾਹੀ ਤਰੀਕੇ ਨਾਲ ਉਹ ਜਿਹੜਾ ਪਾਸ ਕਰਾ ਕੇ ਉੱਥੋਂ ਰਾਜ ਸਭਾ ਅਤੇ ਲੋਕ ਸਭਾ 'ਚੋਂ, ਅਤੇ ਜ਼ੁਬਾਨੀ ਜਿਹੜੀ ਉਹਨਾਂ ਨੇ ਹਾਂ ਅਤੇ ਨਾ ਕਹਾਈ ਹੈ, ਅਤੇ ਉਹਦਾ ਮਤਲਬ ਤਾਂ ਹੁੰਦਾ ਹੀ ਹੈ। ਉਹ ਤਾਂ ਸਪੀਕਰ ਦੇਖਦਾ ਵੀ ਨਹੀਂ ਹੁੰਦਾ ਕਿ ਹਾਂ ਵਾਲੇ ਜ਼ਿਆਦਾ ਸੀ ਜਾਂ ਨਾ ਵਾਲੇ ਜ਼ਿਆਦਾ ਸੀ, ਉਹ ਤਾਂ ਪੜ੍ਹਨਾ ਹੁੰਦਾ ਉਹਨੇ, ਜਿਵੇਂ ਰਾਜ ਸਭਾ 'ਚ ਤੁਸੀਂ ਦੇਖਿਆ, ਇਸ ਤਰ੍ਹਾਂ ਲੋਕ ਸਭਾ 'ਚ ਹੋਇਆ। ਸੋ ਬਾਕੀ ਤੁਹਾਡਾ ਕੋਈ ਸਵਾਲ ਹੋਵੇ ਤਾਂ ਮੈਂ ਇੱਕ ਮਾਨ ਸਾਹਿਬ, ਇਹ ਜਿਸ ਤਰ੍ਹਾਂ ਗਠਬੰਧਨ ਤੋੜਿਆ ਹੈਗਾ ਬੀਜੇਪੀ ਨਾਲ, ਤਾਂ ਤੁਹਾਨੂੰ ਲੱਗਦਾ ਵੀ ਇਕੱਲਾ ਸੁਖਬੀਰ ਦਾ ਹੀ ਫੈਸਲਾ ਹੈ, ਇਹ ਪ੍ਰਕਾਸ਼ ਸਿੰਘ ਬਾਦਲ ਨਾਲ ਕੋਈ ਸਹਿਮਤੀ ਨਹੀਂ ਪ੍ਰਗਟ ਕੀਤੀ ਹੋਊਗੀ? ਦੇਖੋ, ਇਹ ਤਾਂ ਉਹਨਾਂ ਦੇ ਟੱਬਰ ਨੂੰ ਪਤਾ ਹੋਊ, ਪਰ ਮੈਨੂੰ ਇੰਨਾ ਪਤਾ ਹੈ ਜੋ ਮਰਜ਼ੀ ਫੈਸਲਾ ਲਈ ਜਾਣਾ। ਉਹ ਸ਼ੇਰ ਤੇ ਆਜੜੀ ਵਾਲੀ ਗੱਲ ਹੋ ਗਈ। ਹੁਣ ਤਾਂ ਹਰ ਰੋਜ਼ ਆਜੜੀ ਕਹਿੰਦਾ ਸ਼ੇਰ ਆਇਆ, ਸ਼ੇਰ ਆਇਆ। ਜਿਸ ਦਿਨ ਸ਼ੇਰ ਆਇਆ ਉਹਦੇ ਲੋਕ ਕਹਿੰਦੇ ਸੀਗੇ ਕਿ ਐਵੇਂ ਝੂਠ ਬੋਲਦਾ, ਕੋਈ ਸ਼ੇਰ ਨਹੀਂ ਆਇਆ ਹੋਣਾ। ਉਹੀ ਗੱਲ ਹੈ, ਹੁਣ ਤਾਂ ਸ਼ੇਰ ਆਇਆ ਦੀ ਗੱਲ ਹੈ ਇਹਨਾਂ ਦੀ। ਲੋਕ ਇਹਨਾਂ 'ਤੇ ਯਕੀਨ ਨਹੀਂ ਕਰਦੇ, ਅਤੇ ਹਜੇ ਵੀ NDA ਤੋਂ ਗੱਠਜੋੜ ਕਹਿੰਦਾ, ਮੈਂ NDA ਤੋਂ ਅਲੱਗ ਹੋ ਗਿਆ। ਬੀਜੇਪੀ ਦਾ ਨਾਂ ਹਜੇ ਵੀ ਨਹੀਂ ਲੈਂਦੇ, ਕਿਉਂਕਿ ਈਡੀਆਂ ਦਾ ਡਰ ਹੈ ਨਾ, ਕੁਛ ਬੜੀਆਂ ਫਾਈਲਾਂ ਪਈਆਂ ਇਹਨਾਂ ਦੇ ਜਿਹੜੇ ਕਾਲੇ ਕੰਮਾਂ ਦੀਆਂ। ਸੋ ਇਸ ਕਰਕੇ ਹਾਂ, ਪ੍ਰਕਾਸ਼ ਸਿੰਘ ਬਾਦਲ ਦੁਆਰਾ ਇਹ ਕਹਿਣਾ ਪਹਿਲਾਂ ਕਿ ਮੇਰੇ ਜਿਉਂਦੇ ਜੀ ਗੱਠਜੋੜ ਟੁੱਟ ਨਹੀਂ ਸਕਦਾ, ਅਤੇ ਉਹ ਪਤਾ ਨਹੀਂ ਤਾਂ ਉਹਨਾਂ ਨੂੰ ਪੁੱਛਿਆ ਹੋਊ, ਪਤਾ ਨਹੀਂ ਨਾ। ਅਤੇ ਮੈਨੂੰ ਤਾਂ ਲੱਗਦਾ ਵੀ ਇਹ ਮੈਂ ਪਹਿਲਾਂ ਵੀ ਕਹਿੰਦਾ ਰਿਹਾ, 1920 'ਚ ਅਕਾਲੀ ਦਲ ਸ਼ੁਰੂ, 2019 'ਚ ਖਤਮ, 99 ਸਾਲ ਦਾ ਪਟਾ ਸੀ। ਆ ਜਿਹੜੇ ਛੋਟੇ ਮੋਟੇ ਹਿਸਾਬ ਕਿਤਾਬ 'ਚ ਰਹਿੰਦੇ ਨੇ, ਉਹ ਹੁਣ ਹੋ ਹੀ ਜਾਂਦੇ ਨੇ। 99 ਸਾਲ ਦਾ ਪਟਾ ਕਰ ਸੁਖਬੀਰ ਬਾਦਲ ਤਾਂ ਕਹਿੰਦਾ ਕਿ ਸਾਡੇ ਤੋਂ ਪੁੱਛਿਆ ਨਹੀਂ ਗਿਆ, ਅਸੀਂ ਕਿਸਾਨਾਂ ਦੀ ਪਾਰਟੀ ਆ, ਅਕਾਲੀ ਦਲ, ਅਸੀਂ ਖੁਦ ਕਿਸਾਨ ਆ, ਜਿਹਦੇ ਕਰਕੇ ਸਾਡੇ ਤੋਂ ਸਲਾਹ ਨਾ ਲੈਣ ਕਰਕੇ ਅਸੀਂ ਜਿਹੜਾ ਰਿਸ਼ਤਾ ਉਹ ਤੋੜ ਰਹੇ ਹਾਂ ਗਠਬੰਧਨ। ਤੇ ਖੁਦ ਹੀ ਤਾਂ ਨਰਿੰਦਰ ਸਿੰਘ ਤੋਮਰ ਨੂੰ ਲਿਆ ਕੇ ਪ੍ਰੈਸ ਕਾਨਫਰੰਸ ਕਰਾਉਂਦੇ ਸੀ। ਖੁਦ ਹੀ ਸੁਖਬੀਰ ਬਾਦਲ ਨਰਿੰਦਰ ਸਿੰਘ ਤੋਮਰ ਦਾ ਲੈਟਰ ਜਾਰੀ ਕਰ ਰਹੇ ਨੇ, ਖੁਦ ਹੀ ਕਹਿ ਰਹੇ ਨੇ ਮੈਂ ਅਮਿਤ ਸ਼ਾਹ ਨੂੰ ਵੀ ਮਿਲ ਲਿਆ, ਅਤੇ ਉਹਨਾਂ ਨੇ ਮੈਨੂੰ ਛੋਟ ਹੀ ਦਿੱਤੀ MSP ਦੀ। ਅਤੇ ਜੇ ਨਹੀਂ ਪੁੱਛਿਆ ਗਿਆ ਉਸ ਵੇਲੇ ਦੱਸ ਦਿੰਦੇ ਕਿ ਸਾਨੂੰ ਪੁੱਛਿਆ ਨਹੀਂ ਗਿਆ, ਉਸ ਵੇਲੇ ਅਸਤੀਫਾ ਦੇ ਦਿੰਦੇ, ਉਸ ਵੇਲੇ NDA ਛੱਡ ਦਿੰਦੇ। ਅਤੇ ਹੁਣ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ, ਜਦੋਂ ਬੋਰਡ ਲਾਏ ਯੂਨੀਅਨਾਂ ਨੇ, ਜਥੇਬੰਦੀਆਂ ਨੇ ਕਿ ਭਾਈ ਪਿੰਡਾਂ 'ਚ ਨਾਅਰਾ ਜਦੋਂ ਉਹਨਾਂ ਨੇ ਲਿਖ ਕੇ ਲਾਤਾ ਕਿ ਜਿਹੜਾ ਇਸ ਬਿੱਲ ਦੇ ਵਿੱਚ ਕਿਸਾਨਾਂ ਦੇ ਹੱਕ 'ਚ ਖੜੂ ਉਹੀ ਪਿੰਡਾਂ 'ਚ ਵੜੂ, ਜਦੋਂ ਆਹ ਨਾਅਰਾ ਲੱਗ ਗਿਆ, ਉਦੋਂ ਫਿਰ ਇਹਨਾਂ ਨੂੰ ਹੱਥਾਂ ਪੈਰਾਂ ਦੀਆਂ ਪਈਆਂ ਨੇ। ਮਾਨ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਹੁਣ ਜਿਹੜੀ ਬੀਜੇਪੀ ਹੈ, ਬੀਜੇਪੀ ਨਾਲ ਪਹਿਲਾਂ ਵੀ ਇਹਨਾਂ ਦੀ ਇੱਕ ਖੜਕਦੀ ਰਹੀ ਹੈਗੀ, ਪਹਿਲਾਂ ਵੀ ਉਹ ਕਹਿੰਦੇ ਰਹੇ ਸੀ ਅਸੀਂ, ਪਰ ਹੁਣ ਇਹ ਕਹਿ ਰਹੇ ਨੇ ਕਿ ਬੀਜੇਪੀ ਜਿਹੜੀ ਪੰਜਾਬ ਦੇ ਵਿੱਚ ਸਿਰਫ ਅਕਾਲੀ ਦਲ ਕਰਕੇ ਜਿੱਤੀ ਸੀ, ਪਰ ਹੁਣ ਬੀਜੇਪੀ ਦੇ ਜਿਹੜੇ ਕੁਝ ਨੇਤਾ ਨੇ ਉਹ ਇੱਥੋਂ ਤੱਕ ਕਹਿ ਰਹੇ ਨੇ ਕਿ ਅਸੀਂ ਨਰਿੰਦਰ ਮੋਦੀ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਜਿਹੜੀ ਇਹਨਾਂ ਦੇ ਖਿਲਾਫ ਜਾਂਚ ਹੈ ਉਹ ਹੋਰ ਤੇਜ਼ ਕੀਤੀ ਜਾਵੇ। ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਲਾਇਆ ਹੈਗਾ, ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਕਿ ਜਿਹੜੇ 100 ਸਾਲ ਤੋਂ ਸਿੱਖਾਂ ਦੇ ਨਹੀਂ ਹੋ ਸਕੇ ਉਹ ਸਾਡੇ ਕਿੱਥੋਂ ਹੋਣਗੇ। ਨਹੀਂ, ਦੇਖੋ ਗੱਲ ਇਹ ਹੈ ਕਿ ਜਦੋਂ 2014 'ਚ ਲੋਕ ਸਭਾ ਹੋਈ ਤਾਂ ਅਰੁਣ ਜੇਤਲੀ ਜੀ ਨੂੰ ਇਹ ਕਹਿਣਾ ਪਿਆ ਬਿਕਰਮਜੀਤ ਮਜੀਠੀਆ ਨੂੰ ਕਿ ਤੁਸੀਂ ਕਿਰਪਾ ਕਰਕੇ ਘਰੋਂ ਬਾਹਰ ਨਾ ਨਿਕਲਿਓ, ਕਿਉਂਕਿ ਜਦੋਂ ਤੁਸੀਂ ਆਉਂਦੇ ਹੋ ਲੋਕ ਨੈਗੇਟਿਵਿਟੀ ਫੈਲਾਉਂਦੇ ਨੇ ਅਤੇ ਲੋਕ ਸਾਨੂੰ ਗਾਲਾਂ ਕੱਢਦੇ ਆ। ਤਾਂ ਮਜੀਠੀਏ ਨੂੰ ਪ੍ਰਚਾਰ ਦੇ ਵਿੱਚੋਂ ਰੋਕਿਆ ਸੀਗਾ, ਠੀਕ ਹੈ ਜੀ। ਅਤੇ ਐਡਾ ਵੱਡਾ ਲੀਡਰ ਉਹਨਾਂ ਦਾ ਅਰੁਣ ਜੇਤਲੀ, ਉਹ ਹਰਾਤਾ ਤਾਂ ਉਹਨੇ ਜਾ ਕੇ ਰਿਪੋਰਟ ਇਹੀ ਦਿੱਤੀ ਜੀ ਉੱਥੇ ਇਹਨਾਂ ਨੂੰ ਲੋਕ ਨਫ਼ਰਤ ਕਰਦੇ ਆ।
ਅੰਮ੍ਰਿਤਸਰ ਤੋਂ ਫਿਰ ਹਰਦੀਪ ਪੁਰੀ ਇਸ ਵਾਰ ਹਰਾ ਕੇ ਭੇਜਤਾ। ਉਹਨੇ ਵੀ ਇਹੀ ਕਿਹਾ ਜੀ ਉੱਥੇ ਬਹੁਤ ਨਫ਼ਰਤ ਕਰਦੇ ਆ। ਸੋ ਬੀਜੇਪੀ ਕਹਿੰਦੀ ਅਸੀਂ ਤੁਹਾਡੇ ਕਰਕੇ ਹਾਰਦੇ ਰਹੇ ਹਾਂ ਕਿ ਸਾਡੀ ਵੋਟ ਤਾਂ ਤੁਹਾਨੂੰ ਪੈ ਜਾਂਦੀ ਹੈ, ਤੁਹਾਡੇ ਵਾਲੀ ਸਾਨੂੰ ਨਹੀਂ ਪੈਂਦੀ। ਸੋ ਇਸ ਕਰਕੇ ਕਿਤੇ ਨਾ ਕਿਤੇ ਹੁਣ ਜਿਹੜੇ ਪਤੀਲੇ ਦੇ ਵਿੱਚ ਕੋਈ ਸਬਜ਼ੀ ਹੋਈ ਹੈ ਨਹੀਂ, ਉਹਦੇ ਤੋਂ ਕੀ ਉਮੀਦ ਕਰਾਂਗੇ ਆਪਾਂ ਕਿ ਉਹ ਤੜਕਾ ਲੱਗ ਜਾਊਗਾ, ਜਾਂ ਕੋਈ ਉਹ ਪਤੀਲਾ ਜਿਹੜਾ ਉਹ 'ਚੋਂ ਸਾਨੂੰ ਕੋਈ ਕੜਛੀ ਕਿਸੇ ਨੂੰ ਧਾਰੀ ਦੇਣ ਜੋਗੇ ਵੀ ਹੈਗੇ ਨੇ, ਜਦੋਂ ਆਪਦੇ ਕੋਲ ਤਾਂ ਹੈ ਨਹੀਂ ਕੁਛ ਉਹਨਾਂ ਕੋਲੇ। ਸੋ ਇਸ ਕਰਕੇ ਅਕਾਲੀ ਦਲ ਜਿਹੜਾ ਲੋਕਾਂ ਦੇ ਦਿਲਾਂ 'ਚੋਂ ਲੈ ਚੁੱਕਿਆ, ਚਾਹੇ ਉਹ ਗੁਰੂ ਸਾਹਿਬ ਦੀ ਬੇਅਦਬੀ ਕਰਕੇ, ਉਹਦੇ ਵਿੱਚ ਨਾ ਆਉਣ ਕਰਕੇ, ਉਸ ਤੋਂ ਬਾਅਦ ਕਿੰਨੇ ਹੀ ਹਜ਼ਾਰਾਂ ਜਿਹੜੇ ਨੌਜਵਾਨ ਨੇ ਇਹਨਾਂ ਦੇ ਰਾਜ ਦੌਰਾਨ ਨਸ਼ਿਆਂ ਦੇ ਟੀਕੇ ਲਾ ਕੇ ਜਾਂ ਓਵਰਡੋਜ਼ ਕਰਕੇ ਮਰੇ। ਫਿਰ ਈਡੀ ਦੇ ਵਿੱਚ ਜਾਂਚ ਦੇ ਵਿੱਚ ਕੋਆਪਰੇਟ ਨਹੀਂ ਕਰ ਰਹੇ ਜਿਹੜੇ ਇਹਨਾਂ ਦੇ ਜਿਹੜੇ ਨਾਮ ਆਉਂਦੇ ਲੀਡਰਾਂ ਦੇ। ਸੋ ਕਿਤੇ ਨਾ ਕਿਤੇ ਬੀਜੇਪੀ ਜਿਹੜੀ ਹੈ ਉਹ ਪੰਜਾਬ ਦਾ ਯੂਨਿਟ ਜਿਹੜਾ ਉਹ ਇਸ ਗੱਲੋਂ ਸ਼ਾਇਦ ਖੁਸ਼ ਹੈ ਕਿ ਸਾਡਾ ਖਹਿੜਾ ਛੁੱਟ ਗਿਆ ਇਹਨਾਂ ਨੂੰ। ਤੁਹਾਨੂੰ ਮੰਨ ਸਾਹਿਬ ਹੁਣ ਕਾਰਵਾਈ ਹੋਊਗੀ, ਬੀਜੇਪੀ ਕਾਰਵਾਈ ਕਰੂਗੀ, ਸੀਬੀਆਈ ਈਡੀ ਦੇ ਜਿਹੜੇ ਰੁਕੇ ਹੋਏ ਸੀ ਕਿਉਂਕਿ ਕਿਸਾਨ ਸੀਗੀ ਉਦੋਂ ਦਾ ਪਹਿਲਾਂ ਤਾਂ। ਦੇਖੋ ਜੀ ਜੇ ਕਰਨੀ ਤਾਂ ਵੈਸੇ ਪਹਿਲਾਂ ਚਾਹੀਦੀ ਸੀ, ਕਾਨੂੰਨ ਤੱਕ ਆਪਦਾ ਕੰਮ ਕਰਨਾ ਚਾਹੀਦਾ, ਪਰ ਹੁਣ ਸ਼ਾਇਦ ਇਹੀ ਗੱਲਾਂ ਕਰਕੇ ਇਹ ਉਹਨਾਂ ਨੂੰ ਬਾਂਹ ਮਰੋੜ ਕੇ ਪਹਿਲਾਂ ਫੈਸਲੇ ਕਰਾਉਂਦੇ ਰਹੇ ਨੇ ਕਿ ਤੁਹਾਡੀ ਆਹ ਫਾਈਲ ਪਈ ਹੈ। ਅਤੇ ਜੇ ਕਿਤੇ ਕਾਰਵਾਈ ਹੋਵੇ ਤਾਂ ਪੰਜਾਬ ਦੇ ਲੋਕਾਂ ਨੂੰ ਤਾਂ ਰਾਹਤ ਹੀ ਮਿਲੂਗੀ ਕਿ ਘੱਟੋ ਘੱਟ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਤਾਂ ਹੋਣਾ ਚਾਹੀਦਾ। ਮਾਨ ਸਾਹਿਬ ਜਿਹੜਾ ਇਹਨਾਂ ਨੇ ਝੋਨੇ ਦੀ ਜਿਹੜੀ ਖਰੀਦ ਸੀ ਕਿ 1 ਅਕਤੂਬਰ ਨੂੰ ਉਹਦੀ ਕੇਂਦਰ ਨੇ ਪਹਿਲਾਂ ਹੀ 26 ਤੋਂ ਸ਼ੁਰੂ ਕਰਵਾਤੀ, ਉਹਦੇ ਮਾਇਨੇ ਕੀ? ਬਸ ਉਹ ਵੀ ਇਹੀ ਹੈ ਕਿ ਇਹ ਭਟਕ ਜਾਣ ਕਿਸਾਨ ਦਾ ਸੰਘਰਸ਼ ਜਿਹੜਾ ਕਿਸਾਨਾਂ ਦਾ, ਉਹ ਭਟਕ ਜੇ ਆਪਣੇ ਉਸ ਤੋਂ। ਅਤੇ ਹੁਣ ਉੱਥੇ ਜਿਹੜੇ ਨੇ ਪ੍ਰਾਈਵੇਟ ਪਲੇਅਰ ਹੀ ਖਰੀਦ ਰਹੇ ਨੇ, ਸਰਕਾਰੀ ਏਜੰਸੀਆਂ ਤਾਂ ਅਜੇ ਆਈਆਂ ਹੀ ਨਹੀਂ, ਠੀਕ ਹੈ ਨਾ। ਸੋ ਇਸ ਕਰਕੇ ਇਹ ਕਿਤੇ ਨਾ ਕਿਤੇ ਡੀਰੇਲ ਕਰਨਾ, ਜਾਂ ਜਿਸ ਤਰੀਕੇ ਨਾਲ ਜਿਸ ਆਪ ਮੁਹਾਰੇ ਲੋਕ ਚੱਲ ਕੇ ਗਏ ਨੇ, ਅਤੇ ਪਹਿਲੀ ਵਾਰ ਬਹੁਤ ਲੰਬੇ ਸਮੇਂ ਬਾਅਦ ਪੰਜਾਬ ਦੇ ਵਿੱਚ ਇੱਕ ਲੋਕ ਲਹਿਰ ਬਣੀ ਹੈ ਜਿਹਦਾ ਸੰਬੰਧ ਇਕੱਲਾ, ਮੈਂ ਫੇਰ ਕਹਿਣਾ ਦੁਬਾਰਾ, ਇਹ ਇਕੱਲਾ ਕਿਸਾਨ ਵਿਰੋਧੀ ਨਹੀਂ ਹੈਗਾ, ਇਹ ਦੁਕਾਨ ਵਿਰੋਧੀ ਵੀ ਹੈ। ਇਹ ਦਾਤੀਆਂ ਕਈਆਂ ਦੇ ਦੰਦੇ ਕੱਢਣ ਵਾਲਿਆਂ ਦੇ ਵੀ ਰੁਜ਼ਗਾਰ ਜਿਹੜੇ ਉਹ ਬੰਦ ਹੋਣਗੇ, ਇਹ ਸਪੇਅਰ ਪਾਰਟ ਦੀਆਂ ਦੁਕਾਨਾਂ ਵਾਲਿਆਂ ਦੇ ਰੁਜ਼ਗਾਰ ਵੀ ਬੰਦ ਹੋਣਗੇ, ਆੜਤੀਆਂ ਦੇ ਲੱਖਾਂ ਮੁਨੀਮ ਜਿਹੜੇ ਉਹ ਬੇਰੁਜ਼ਗਾਰ ਹੋਣਗੇ, ਅਤੇ ਟਰਾਂਸਪੋਰਟਰ ਬੇਰੁਜ਼ਗਾਰ ਹੋਣਗੇ, ਅਤੇ ਪੱਲੇਦਾਰ ਬੇਰੁਜ਼ਗਾਰ ਹੋਣਗੇ। ਈਵਨ ਇੱਥੋਂ ਤੱਕ ਝਾਰ ਖਰੀਦਣ ਵਾਲੇ ਗਰੀਬ ਜਿਹੜੇ ਝਾਰ ਕਹਿੰਦੇ ਨੇ ਜਿਹੜਾ ਬਚਿਆ ਖੁਚਿਆ ਹੁੰਦਾ, ਉਹ ਖਰੀਦ ਕੇ ਅਤੇ ਉਹਦੇ 'ਚੋਂ ਜਿਹੜਾ ਉਹਨੂੰ ਮਿਹਨਤ ਕਰਕੇ ਉਹਨੂੰ ਝਾਰ ਕੇ ਉਹ ਬਣਾਉਂਦੇ, ਜਿਹੜਾ ਜਿੰਨੀ ਵੀ ਉਹਨਾਂ ਦੀ ਫਸਲ ਬਣਦਾ ਜਿਹੜਾ ਅਨਾਜ ਉਹ ਵੇਚ ਕੇ ਗੁਜ਼ਾਰਾ ਕਰਦੇ, ਉਹ ਵੀ ਖਤਮ ਹੋ ਜਾਣਗੇ। ਅੰਬਾਨੀਆਂ ਅਡਾਨੀਆਂ ਦੇ ਸਾਈਲੋ ਵੱਡੇ ਜਿਹੜੇ ਲੱਖਾਂ ਮੀਟ੍ਰਿਕ ਟਨ ਉਹਦੇ ਵਿੱਚ ਸਟੋਰ ਹੋ ਸਕਦਾ, ਉੱਥੇ ਕੀ ਪਤਾ ਲੱਗੂਗਾ? ਮਤਲਬ ਉੱਥੇ ਮੇਲੇ 'ਚ ਅਮਰੂਦਾਂ ਨੂੰ ਕਿਸੇ ਨੇ ਨਹੀਂ ਪੁੱਛਣਾ, ਸਾਰੇ ਬੇਰੁਜ਼ਗਾਰ ਹੋਣਗੇ ਸਾਰੇ। ਮਾਨ ਸਾਹਿਬ ਇਹ ਕਰੋਨਾ ਮਹਾਮਾਰੀ ਚੱਲ ਰਹੀ ਹੈਗੀ ਹੈ, ਤਾਂ ਹੁਣ ਇਹ ਦੇਖਿਆ ਗਿਆ ਚਾਹੇ ਕਿਸਾਨ ਹੋਣ, ਚਾਹੇ ਰਾਜਨੀਤਿਕ ਪਾਰਟੀਆਂ ਹੋਣ, ਐਡੇ ਇਕੱਠ, ਖੁਦ ਜਿਹੜੀ ਕਾਂਗਰਸ ਸਰਕਾਰ ਹੈ ਉਹ ਵੀ ਬਹੁਤ ਵੱਡੇ ਇਕੱਠ ਕਰ ਰਹੀ ਹੈਗੀ ਹੈ, ਤਾਂ ਹੁਣ ਲੱਗਦਾ ਵੀ ਕੋਈ ਕਰੋਨਾ ਦਾ ਕੋਈ ਡਰ ਨਹੀਂ, ਖਤਮ ਨਹੀਂ ਲੱਗ ਰਿਹਾ? ਦੇਖੋ ਪਤਾ ਕੀ ਹੈ, ਜਿਹੜਾ ਪੰਜਾਬ ਦੇ ਲੋਕ ਹੈ ਉਹ ਕਹਿੰਦੇ ਸਾਨੂੰ ਕਰੋਨਾ ਤੋਂ ਨਾ ਡਰ ਨਹੀਂ ਲੱਗ ਰਿਹਾ ਜਿੰਨਾ ਸਾਨੂੰ ਆਰਡੀਨੈਂਸਾਂ ਤੋਂ ਲੱਗ ਰਿਹਾ। ਜਦੋਂ ਕਿਸਾਨ ਨੂੰ ਇਹ ਪਤਾ ਲੱਗ ਗਿਆ ਕਿ ਮੇਰੀ ਤਾਂ ਜ਼ਮੀਨ ਹੀ ਗਈ, ਤਾਂ ਉਹਦੇ ਵਾਸਤੇ ਕੀ ਫਿਰ ਰਹਿ ਗਿਆ ਜੀ? ਸੋ ਇਸੇ ਕਰਕੇ ਲੋਕ ਆਪ ਮੁਹਾਰੇ ਨਿਕਲੇ ਨੇ। ਅਤੇ ਜੇ ਕਰੋਨਾ, ਇੱਕ ਪਾਸੇ ਤਾਂ ਕਹਿੰਦੇ ਜੀ ਕਰੋਨਾ ਗੌਰਮੈਂਟ ਜਿਹੜੀ ਮੋਦੀ ਗੌਰਮੈਂਟ ਹੈ, ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖੋ ਜੀ, ਸਕੂਲ ਹਜੇ ਤੱਕ ਖੋਲ੍ਹੇ ਨਹੀਂ ਹੈ ਜੀ, ਜਿਮ ਥੋੜ੍ਹੇ ਬਹੁਤ ਖੋਲ੍ਹੇ ਨੇ, 50% 'ਤੇ ਬੱਸਾਂ ਚੱਲਣਗੀਆਂ ਜੀ ਕਰਕੇ, ਅਤੇ ਦੂਜੇ ਪਾਸੇ ਬਿਹਾਰ ਦੀਆਂ ਇਲੈਕਸ਼ਨਾਂ ਅਨਾਊਂਸ ਕਰਤੀਆਂ। ਤਾਂ ਮਤਲਬ ਜਦੋਂ ਤੱਕ ਕੋਈ ਸਟੇਟ ਦੇ ਵਿੱਚ ਜੇ ਇਲੈਕਸ਼ਨਾਂ ਹੋ ਸਕਦੀਆਂ ਨੇ, ਇਸ ਲੈਵਲ 'ਤੇ ਰੈਲੀਆਂ ਹੋਣਗੀਆਂ ਅਤੇ ਲੋਕਾਂ ਨਾਲ ਜਿਹੜਾ ਮੇਲ ਜੋਲ ਹੋਊਗਾ ਜਾਂ ਪ੍ਰਚਾਰ ਕਰਨਗੇ, ਫਿਰ ਵੋਟਾਂ ਪਾਉਣ ਆਉਣ ਲੋਕ, ਅਤੇ ਉਦੋਂ ਕੋਈ ਕਰੋਨਾ ਨਹੀਂ। ਅਤੇ ਜਦੋਂ ਲੋਕਾਂ ਨੇ ਕੋਈ ਸੰਘਰਸ਼ ਕਰਨਾ ਹੋਵੇ, ਕੋਈ ਸਰਕਾਰ ਦੀਆਂ ਕੋਈ ਨੀਤੀਆਂ ਦਾ ਵਿਰੋਧ ਕਰਨਾ ਹੋਵੇ, ਉਦੋਂ ਕਹਿੰਦੇ ਨੇ ਕਰੋਨਾ 144 ਲੱਗ ਗਈ, ਆ ਤੁਹਾਡੇ 'ਤੇ ਪਰਚੇ ਕਰ ਦਾਂਗੇ 188 ਦੇ। ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਕਰੋਨਾ ਨਾਲੋਂ ਜ਼ਿਆਦਾ ਖਤਰਾ ਇਹਨਾਂ ਕਾਲੇ ਕਾਨੂੰਨਾਂ ਤੋਂ ਹੈ ਜਿਹਦੇ ਵਿਰੁੱਧ ਉਹ ਲੜ ਰਹੇ ਨੇ। ਔਰ ਜਦੋਂ ਵੀ ਹੁਣ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਕੋਈ ਕਿਸਾਨ ਜਥੇਬੰਦੀ ਜਿਹੜੀ ਹੈ, 31 ਜਥੇਬੰਦੀਆਂ ਇਕੱਠੀਆਂ ਹੋਈਆਂ ਨੇ, ਕੋਈ ਵੀ ਪ੍ਰੋਗਰਾਮ ਦੇਣਗੇ, ਅਸੀਂ ਆਪਦਾ ਪ੍ਰੋਗਰਾਮ ਉਸ ਦਿਨ ਦਾ ਜੇ ਸਾਡਾ ਪਹਿਲਾਂ ਵੀ ਸਾਡਾ ਕਿਤੇ ਕੋਈ ਅਨਾਊਂਸ ਕੀਤਾ ਹੋਇਆ ਉਹਨੂੰ ਕੈਂਸਲ ਕਰਕੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ। ਅਸੀਂ ਉਹਨਾਂ ਦੇ ਸੰਘਰਸ਼ ਦੇ ਵਿੱਚ ਰੋੜਾ ਨਹੀਂ ਬਣਦੇ, ਅਸੀਂ ਉਹਨਾਂ ਦੇ ਸੰਘਰਸ਼ ਦੇ ਵਿੱਚ ਪੌੜੀ ਬਣਾਂਗੇ ਤਾਂ ਕਿ ਉਹਨਾਂ ਦਾ ਸੰਘਰਸ਼ ਹੋਰ ਉੱਚਾ ਜਾ ਸਕੇ, ਹੋਰ ਜਿਹੜਾ ਉਹ ਆਪਦੇ ਧੜੱਲੇਦਾਰ ਤਰੀਕੇ ਨਾਲ ਆਪਦੀ ਗੱਲ ਜਿਹੜੀ ਹੈ ਤਾਂ ਤੱਕ ਪਹੁੰਚਾ ਸਕੇ। ਜਿਸ ਤਰ੍ਹਾਂ ਦਾ ਪੰਜਾਬ 'ਚ ਸੰਘਰਸ਼ ਚੱਲ ਰਿਹਾ ਹੈਗਾ, ਤੁਹਾਨੂੰ ਲੱਗਦਾ ਵੀ ਕੇਂਦਰ ਸਰਕਾਰ ਪਿੱਛੇ ਹਟੂਗੀ? ਹਟ ਸਕਦੀ ਜੀ, ਬੜੇ ਵੱਡੇ ਸੰਘਰਸ਼ਾਂ ਨੇ, ਬੜੀਆਂ ਸਰਕਾਰਾਂ ਦੇ ਮੂੰਹ ਮੋੜੇ ਨੇ, ਇਹ 'ਚ ਕਿਹੜੀ ਗੱਲ ਹੈ? ਲੋਕਾਂ ਨਾਲ ਹੀ ਸਰਕਾਰਾਂ ਬਣਦੀਆਂ ਨੇ। ਸੋ ਜਿਸ ਤਰੀਕੇ ਨਾਲ ਵਿਰੋਧ ਚੱਲ ਰਿਹਾ ਹੈ, ਨਰਿੰਦਰ ਮੋਦੀ ਜੀ ਨੂੰ ਸੰਬੋਧਨ ਵੀ ਕਰਨਾ ਪੈ ਗਿਆ ਅਤੇ MSP ਬਾਰੇ ਵੀ ਦੱਸਣਾ ਪੈ ਰਿਹਾ, ਮਿਨਿਸਟਰਾਂ ਨੂੰ ਸਫਾਈਆਂ ਦੇਣੀਆਂ ਪੈ ਰਹੀਆਂ ਨੇ, ਤਾਂ ਇਹਨਾਂ ਨੂੰ ਲੋਕਾਂ ਦੇ ਰੋਹ ਅੱਗੇ ਝੁਕਣਾ ਪਊ।
ਸਰ ਮਾਨ ਸਾਹਿਬ, ਕਿਸਾਨ ਯੂਨੀਅਨਾਂ ਨੇ ਬੰਦ ਕਰਤਾ ਵੀ ਕੋਈ ਵੀ ਪੋਲੀਟੀਕਲ ਪਾਰਟੀ ਆ ਕੇ ਉਹਦੇ ਭਾਸ਼ਣ ਨਹੀਂ ਦੇਊਗੀ, ਸ਼ਾਮਲ ਹੋ ਸਕਦਾ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਵਧੀਆ। ਪਾਰਟੀਆਂ ਨਕਾਰਤੀਆਂ ਉਹਨਾਂ ਨੇ? ਨਹੀਂ ਵਧੀਆ ਗੱਲ ਹੈ, ਮੈਂ ਤਾਂ ਕਹਿੰਦਾ ਵਧੀਆ ਗੱਲ। ਉਹ ਜਿਹੜੇ ਕਿਸਾਨ ਜੁੜੇ, ਮੈਂ ਉਸ ਦਿਨ ਭਵਾਨੀਗੜ੍ਹ ਵੀ ਇਹ ਗੱਲ ਕਹੀ ਸੀ ਕਿ ਜਿਹੜੇ ਪੋਲੀਟੀਕਲ ਪਾਰਟੀਆਂ ਨੇ ਜਿਵੇਂ ਆਮ ਆਦਮੀ ਪਾਰਟੀ ਨੇ ਸਾਨੂੰ ਉੱਥੇ ਬੋਲਣ ਵਾਸਤੇ ਭੇਜਿਆ ਜੀ, ਉੱਥੇ ਅਸੀਂ ਬੋਲ ਆਏ। ਹੁਣ ਇੱਥੇ ਆ ਕੇ ਅਸੀਂ ਆਪਦਾ ਅੱਡ ਫਿਰ ਉਹ ਜਿਵੇਂ ਅਕਾਲੀ ਦਲ ਨੇ ਉਸ ਦਿਨ ਕੀਤਾ ਸੀ, ਆਪਦਾ ਅਲੱਗ ਤੰਬੂ ਕੱਢ ਲਈਏ ਫਿਰ ਉੱਥੇ ਬੋਲੀਏ। ਸੋ ਕਿਸਾਨ ਯੂਨੀਅਨ ਦਾ ਅਸੀਂ ਸਾਥ ਦੇਵਾਂਗੇ। ਅਸੀਂ ਚਾਹੇ ਸਾਨੂੰ 10 ਮਿੰਟ ਲਈ ਉੱਥੇ ਬੈਠਣ ਲਈ ਬੁਲਾ ਲੈਣ, ਠੀਕ ਹੈ, ਜੇ ਉਹਨਾਂ ਦਾ ਫੈਸਲਾ ਹੈ। ਮੈਂ ਉਸ ਦਿਨ ਵੀ ਕਿਹਾ ਸੀ ਕਿ ਮੈਂ ਨਹੀਂ ਬੋਲੂੰਗਾ, ਮੈਂ ਜਿੱਥੇ ਬੋਲਣਾ ਸੀ ਉੱਥੇ ਬੋਲਿਆ। ਜਦੋਂ ਲੋਕ ਹੀ ਬੋਲਣ ਲੱਗ ਗਏ ਤਾਂ ਫਿਰ ਉੱਥੇ ਜ਼ਰੂਰੀ ਥੋੜ੍ਹੀ ਹੈ ਕਿ ਪੋਲੀਟੀਕਲ ਪਾਰਟੀ ਦੇ ਕਿਸੇ ਲੀਡਰ ਦੇ ਬੋਲੇ ਬਿਨਾਂ ਸੰਘਰਸ਼ ਨਹੀਂ ਹੁੰਦੇ। ਸੰਘਰਸ਼ ਜਿਹੜੇ ਲੋਕਾਂ ਨੇ ਆਪ ਬਣਾਏ ਨੇ। ਇਹਨੇ ਟਰੈਕਟਰ ਫੂਕੇ ਜੀ, ਅੰਬਾਲਾ ਫੂਕਿਆ। ਇਹ ਗੱਲ ਦੇਖੋ, ਇਹ ਮੈਂ ਗਲਤ ਗੱਲ ਕਹੂੰਗਾ। ਟਰੈਕਟਰ ਫੂਕ ਕੇ ਤੁਸੀਂ ਕਿਹੜਾ ਸੰਘਰਸ਼ ਨੂੰ ਕਿਹੜਾ ਰੂਪ ਦੇਣਾ ਚਾਹੁੰਦੇ ਹੋ? ਠੀਕ ਹੈ ਨਾ, ਇੱਕ ਪਾਸੇ ਤੁਸੀਂ ਕਹਿੰਦੇ ਹੋ ਟਰੈਕਟਰ ਜਿਹੜਾ ਉਹ ਜੱਟ ਦਾ ਪੁੱਤ ਹੁੰਦਾ, ਅਤੇ ਦੂਜੇ ਪਾਸੇ ਕੋਈ ਪਿਓ ਆਪਣੇ ਪੁੱਤ ਨੂੰ ਅੱਗ ਲਾਉਂਦਾ। ਪੁੱਤ ਨੂੰ ਬਚਾਉਣ ਵਾਸਤੇ ਉਹ ਆਪਦੇ ਕਸ਼ਟ ਝੱਲ ਲੂਗਾ, ਪਰ ਇਹ ਕੋਈ ਖਬਰ ਬਣਾਉਣੀ ਜਾਂ ਕੋਈ ਇਸ ਤਰ੍ਹਾਂ ਇਹੋ ਜਿਹਾ ਕਰਨਾ, ਇਹ ਮੈਂ ਇਹਦੇ ਹੱਕ 'ਚ ਨਹੀਂ ਹੈਗਾ। ਟਰੈਕਟਰ ਫੂਕਣਾ ਜਿਹੜਾ ਉਹ ਕੋਈ ਸੰਘਰਸ਼ ਦਾ ਹਿੱਸਾ ਨਹੀਂ ਹੋਣਾ ਚਾਹੀਦਾ। ਇਹ ਤਾਂ ਸਿਰਫ ਉਹੀ ਪੋਲੀਟੀਕਲ ਕੋਈ ਸਟੰਟਬਾਜ਼ੀ ਹੈ। ਅਸੀਂ ਇਹਦੇ ਖਿਲਾਫ ਹਾਂ। ਮਾਨ ਸਾਹਿਬ, ਜਿੱਥੇ ਅੱਜ ਕਿਸਾਨ ਬਹੁਤ ਮਾੜੇ ਹਾਲਾਤਾਂ 'ਚੋਂ ਗੁਜ਼ਰਦਾ ਪਿਆ ਹੈ ਤੇ ਉਹਨਾਂ ਦੀ ਇੱਕੋ ਸੋਚ ਹੈ ਵੀ ਇਹ 3 ਜਿਹੜੇ ਆਰਡੀਨੈਂਸ ਪਾਸ ਹੋ ਗਏ, ਇਹ ਕਿਸ ਤਰੀਕੇ ਨਾਲ ਰੱਦ ਹੋਣ। ਤੁਸੀਂ ਦਾਅਵਾ ਕਰ ਰਹੇ ਹੋ ਵੀ ਜੇ ਪਿੰਡਾਂ ਦੇ ਵਿੱਚ ਗ੍ਰਾਮ ਪੰਚਾਇਤ ਬਣਾਈ ਜਾਵੇ, ਗ੍ਰਾਮ ਸਭਾ ਬਣਾਈ ਜਾਵੇ ਤੇ ਉਹਨਾਂ ਨੂੰ ਸਮਰਥਨ ਦਿੱਤਾ ਜਾਵੇ, ਕਿ ਇਹ ਯਕੀਨਨ ਹੈ ਵੀ ਇਹ ਚੀਜ਼ ਰੱਦ ਹੋ ਸਕਦੀ ਹੈ ਜੀ? ਇਹ ਬਹੁਤ ਵੱਡਾ ਜੀ ਐਕਟ ਹੈ ਜਿਹਦੇ ਵਿੱਚ ਡੈਮੋਕ੍ਰੇਸੀ ਦੀ ਜੜ ਹੈ ਇਹ ਗ੍ਰਾਮ ਸਭਾ, ਠੀਕ ਹੈ ਨਾ। ਜਿਵੇਂ ਦੇਖੋ ਮੋਦੀ ਦੀ ਗਵਰਨਮੈਂਟ ਹੈ ਅਤੇ ਜਿਹੜੇ ਬਿੱਲ ਆਉਂਦੇ ਨੇ ਜਾਂ ਕਾਨੂੰਨ ਪਾਸ ਕਰਾਉਣੇ ਨੇ ਜਾਂ ਡਿਸਕਸ਼ਨ ਕਰਨਾ, ਉਹਦੇ ਵਾਸਤੇ ਪਾਰਲੀਮੈਂਟ ਹੈ। ਪੰਜਾਬ ਦੇ ਵਿੱਚ ਕਾਂਗਰਸ ਦੀ ਗਵਰਨਮੈਂਟ ਹੈ, ਪਰ ਬਿੱਲ ਪਾਸ ਕਰਨੇ ਨੇ, ਡਿਸਕਸ਼ਨ ਕਰਨਾ ਨੇ, ਉਹਦੇ ਵਾਸਤੇ ਵਿਧਾਨ ਸਭਾ ਹੈ। ਬਿਲਕੁਲ ਉਸੇ ਤਰ੍ਹਾਂ ਜਿਹੜਾ ਪੰਚਾਇਤ ਹੈ ਪਿੰਡ ਦੀ, ਉਹ ਸਰਕਾਰ ਹੈ ਅਤੇ ਗ੍ਰਾਮ ਸਭਾ ਪਾਰਲੀਮੈਂਟ ਹੈ। ਸੋ ਪੇਂਡੂ ਪਾਰਲੀਮੈਂਟ ਹੈ। ਜੇ ਉੱਥੇ ਬਹੁਮਤ ਦੇ ਨਾਲ ਇਸ ਜਿਹੜੇ ਐਕਟ ਦੇ ਵਿਰੁੱਧ ਜਿਹੜਾ ਲੋਕ ਮਤਾ ਪਾਉਂਦੇ ਨੇ, ਸਾਈਨ ਕਰਦੇ ਨੇ, ਤਾਂ ਬਹੁਤ ਵੱਡਾ ਕਾਨੂੰਨੀ ਦਸਤਾਵੇਜ਼ ਬਣਦਾ ਹੈ ਇਸ ਐਕਟ ਨੂੰ ਚੈਲੰਜ ਕਰਨ ਦਾ ਅਤੇ ਇਸ ਐਕਟ ਨੂੰ ਕਾਨੂੰਨੀ ਤੌਰ 'ਤੇ ਰੋਕਣ ਦਾ, ਅਤੇ ਲੋਕਾਂ ਨੂੰ ਆਪਦੀ ਸ਼ਕਤੀ ਦਾ ਵੀ ਪਤਾ ਲੱਗੂਗਾ। ਬਹੁਤ ਸਾਰੇ ਪਿੰਡਾਂ 'ਚ ਤਾਂ ਇਹੀ ਨਹੀਂ ਪਤਾ ਕਿ ਗ੍ਰਾਮ ਸਭਾ ਹੁੰਦੀ ਕੀ ਹੈ। ਸੋ ਸਰਪੰਚ ਜਿਹੜਾ ਉਹ ਵਿਸ਼ੇਸ਼ ਜਿਹੜਾ ਇਜਲਾਸ ਹੈ ਉਹ ਭਾਵੇਂ 1 ਮਹੀਨੇ 'ਚ 3 ਬੁਲਾ ਲੇ। ਸੋ ਇਹ ਸਰਪੰਚ ਜਿਹੜਾ ਨੋਟਿਸ ਦੇ ਕੇ ਬੁਲਾ ਸਕਦਾ। ਜੇ ਕਿਸੇ ਪਿੰਡ ਦਾ ਸਰਪੰਚ ਨਹੀਂ ਮੰਨਦਾ, ਰੱਬ ਨਾ ਕਰੇ ਇੱਦਾਂ ਦਾ ਕੋਈ ਹੋਊਗਾ ਸਰਪੰਚ, ਜੇ ਨਹੀਂ ਕਹਿੰਦਾ ਮੈਂ ਨਹੀਂ ਬੁਲਾਉਂਦਾ, ਤਾਂ ਉਸ ਪਿੰਡ ਦੇ 20% ਵੋਟਰ ਯਾਨੀ ਕਿ 5ਵਾਂ ਹਿੱਸਾ ਲਿਖ ਕੇ ਦੇ ਦੇਣ ਵੀਡੀਓ ਨੂੰ ਕਿ ਅਸੀਂ ਗ੍ਰਾਮ ਸਭਾ ਬੁਲਾਉਣੀ ਚਾਹੁੰਦੇ ਹਾਂ। ਤਾਂ ਵੀਡੀਓ ਨੂੰ ਮਹੀਨੇ ਦੇ ਅੰਡਰ ਭਾਵੇਂ ਉਹ ਅਗਲੇ ਦਿਨ ਬੁਲਾ ਲੇ, ਭਾਵੇਂ 15 ਦਿਨ ਬੁਲਾ ਲੇ, 30 ਦਿਨਾਂ ਦੇ ਅੰਡਰ ਗ੍ਰਾਮ ਸਭਾ ਬੁਲਾਉਣੀ ਪੈਂਦੀ ਹੈ। ਉਹਦੇ ਵਿੱਚੋਂ ਮਤੇ ਪਾਸ। ਮਾਨ ਸਾਹਿਬ, ਕਿੰਨੇ ਕੁ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਹੁਣ ਸਮਰਥਨ ਆ ਚੁੱਕਿਆ? ਮੇਰੇ ਕੋਲੇ ਹੁਣ ਤੱਕ 500 ਤੋਂ ਜ਼ਿਆਦਾ ਜਿਹੜੇ ਨੇ ਨੋਟਿਸ ਆ ਗਏ ਕਿ ਅਸੀਂ ਗ੍ਰਾਮ ਸਭਾ, ਕਿਸੇ ਨੇ 2 ਅਕਤੂਬਰ ਨੂੰ ਬੁਲਾ ਲਈ, ਕਿਸੇ ਨੇ 4 ਨੂੰ ਬੁਲਾ ਲਈ, ਘਰਾਚੋਂ 30 ਨੂੰ ਹੈ, ਅਤੇ 30 ਨੂੰ ਵੀ ਮੈਂ ਤੁਹਾਨੂੰ ਕਹੂੰਗਾ ਕਿ 30 ਨੂੰ ਤੁਸੀਂ ਉੱਥੇ 10 ਵਜੇ ਪਹੁੰਚੋ। ਮੈਂ ਜਾਊਂਗਾ, ਮੈਂ MP ਹਾਂ ਇੱਥੋਂ ਦਾ, ਅਤੇ ਉੱਥੇ ਪਹੁੰਚ ਕੇ ਆਪਾਂ ਦੇਖਾਂਗੇ ਕਿ ਗ੍ਰਾਮ ਸਭਾ ਦਾ ਜਿਹੜਾ ਫੈਸਲਾ ਉਹ ਕੀ ਹੁੰਦਾ। ਅਤੇ ਤੁਹਾਡੇ ਕੈਮਰੇ ਰਹੀ ਜੋ ਜਾਊਗਾ, ਲੱਖਾਂ ਲੋਕਾਂ ਨੂੰ ਹੋਰ ਵੀ ਪਤਾ ਲੱਗੂਗਾ। ਨਾਟ ਓਨਲੀ ਪੰਜਾਬ, ਇਹ ਕਾਨੂੰਨ ਤਾਂ ਸਾਰੇ ਮੁਲਕ ਦਾ। ਹਰਿਆਣਾ, ਰਾਜਸਥਾਨ ਤੋਂ ਵੀ ਮੈਨੂੰ ਫੋਨ ਆ ਰਹੇ ਨੇ ਕਿ ਅਸੀਂ ਕਿਵੇਂ ਬੁਲਾ ਸਕਦੇ ਹਾਂ ਗ੍ਰਾਮ ਸਭਾ। ਸੋ ਇਹ ਲੋਕਾਂ ਦੀ ਸ਼ਕਤੀ ਹੈ, ਔਰ ਲੋਕ ਵਿਰੋਧੀ ਕਾਨੂੰਨਾਂ ਨੂੰ ਲੋਕਾਂ ਦੀ ਸ਼ਕਤੀ ਦੁਆਰਾ ही रोका जा सकता है। मान साहब, जो अकाली दल बीजेपी का गठबंधन टूटा है, उस पर क्या कहना चाहेंगे आप? देखिए, अब तो ये एक महज एक ड्रामेबाजी है। अगर इस्तीफ़ा भी देना था हरसिमरत कौर ने और NDA से संबंध तोड़ने थे, तब तोड़ने चाहिए थे जब ये ऑर्डिनेंस जो है वो कैबिनेट में आया था। 3-4 महीने से पूरा बादल परिवार लोगों को ये समझा रहा है कि बिल बहुत अच्छे हैं, ये तो बिल बहुत अच्छे हैं, किसानों को फ़ायदा होगा। अचानक से लोगों के संघर्ष के सामने जब उनको झुकना पड़ा तो इस्तीफ़ा देके NDA से भी कह रहे हैं हम नाता तोड़ रहे हैं। लेकिन ये 9 मास का जो रिश्ता कह रहे थे ना, ये लोगों के प्रेशर से टूटा है। अब इसका कोई फ़ायदा नहीं, क्योंकि लोग यकीन नहीं कर रहे। क्या 2022 की तैयारी में जुट गया था अकाली दल, इसलिए ऐसा करना पड़ा? क्योंकि वो बोल रहे हैं कि 90% से ज़्यादा किसान उनके साथ हैं। उनका क्या कहने को, तो पता नहीं क्या कह देते हैं। वो तो कह रहे हैं जब अमेरिका ने जापान पे बम फेंका था, या तो तब धरती कांपी थी, या फिर जब हरसिमरत कौर ने इस्तीफ़ा दिया है तब धरती कांपी। अब अपने आप को वो बमों के साथ
कंपेयर कर रहे हैं। इससे पहले भी सुखबीर बाल कह रहा था ऐसी सड़कें बना दूंगा कि बम फेंकते रहो टूटेगी नहीं, पानी पे बसें चला दूंगा। तो उनकी बातों पर लोग यकीन नहीं करते, क्योंकि उन्होंने जितना मतलब जितना लोग किसानी का, पंजाब का और सिख धर्म का जितना नुकसान इन्होंने किया है, बादल परिवार ने, उतना किसी ने नहीं किया। पंजाब में अब आम आदमी पार्टी का क्या स्टैंड रहेगा जो किसान? हम तो पहले दिन से, अभी नहीं, जिस दिन ऑर्डिनेंस के बारे में बात चली थी तब से आज तक सड़कों पर, विधानसभा में, लोकसभा में, जहां भी हमें मौका मिला हमने इस बिल का विरोध किया, डट के विरोध किया, करते रहेंगे जब तक इंसाफ नहीं मिलता। क्योंकि ज़मीन जो है वो किसान की माँ है और वो अपनी माँ को बचाने के लिए संघर्ष कर रहा है। पार्लियामेंट में भी मैंने बोला था ये कि जय जवान और जय किसान का नारा जो था वो अब मर किसान और मर जवान के नारे में तब्दील हो चुका है। क्योंकि जो फौजी जवान सरहदों पर हैं वो भी कहीं ना कहीं किसी न किसी तरीके से खेती से जुड़े हुए हैं, वहाँ बॉर्डर पे वो मर रहे हैं, यहाँ उनकी ज़मीन छीनी जा रही है। तो मतलब जय जवान और जय किसान की जगह ये मर जवान और मर किसान का नारा दे रहे हैं, जो बीजेपी के लिए बहुत समझ लिए उल्टी गिनती इनकी शुरू हो जाएगी। क्योंकि स्वामीनाथन की रिपोर्ट को लागू करने का वादा किया था, लेकिन शांता कुमार की कमेटी की रिपोर्ट लागू कर दी, जो कि किसानों के लिए बहुत घातक है। भाजपा नई जमीन ढूंढेगी पंजाब में? अब भाजपा तो पूरे पंजाब की ज़मीन छीन रही है, ज़मीन तो भाजपा से बचा रहे हैं, कहाँ ढूंढेंगे वो तो पूरे पंजाब की ज़मीन को छीनने का बिल लेके आ रहे हैं। इसीलिए उनको कोई पॉलिटिकल ज़मीन तो पहले भी नहीं थी उनके पास। अकाली दल भी मतलब अब 1920 में शुरू था, 2019 में ख़त्म हो गया। तो अब ये सिर्फ कहने की बातें हैं। अब पछताए क्या हुए जब मोदी चुग गया खेत।